ਆਪਾਂ ਜੀ ਹੁਣ ਫਿਰਦੇ ਆ ਮਰਾਂਗ ਜ਼ਿਲ੍ਹਾ ਹੈ ਕੁਝ ਕਿਹੜਾ ਇਹ ਹੈਗਾ ਉਹ ਬਿਸ਼ਨੂਪੁਰ ਜ਼ਿਲ੍ਹਾ। ਤੇ ਅੱਜ ਸ਼ੁਰੂ ਕੀਤਾ ਸਫ਼ਰ 2 ਦਿਨ ਅਸੀਂ ਰੁਕੇ ਆ ਇੱਥੇ ਵਿੱਚ ਬਾਈ ਫੋਨ ਆਈ ਹਲੇ ਤੱਕ ਬਾਅਦ ਚੱਕ ਲਾਂਗੇ। ਤੋ ਅੱਜ ਗਾਂ ਜਾਂਦੇ ਆ ਤੇ ਸਿਕੰਦਰ ਚੱਲਿਆ ਪਿੰਡ ਅੱਜ ਜਿਹਨੂੰ ਥੋੜ੍ਹਾ ਜਿਹਾ ਘਰੇ ਕੋਈ ਜ਼ਰੂਰੀ ਕੰਮ ਪੈ ਗਿਆ। ਉਹ ਖੈਰ ਸੌਖੀ ਹੋ ਗਈ, ਬੜਾ ਝੋਰੇ ਵਾਲਾ ਕੰਮ ਹੈ ਨਹੀਂ ਬਟ ਫਿਰ ਵੀ ਹੁੰਦਾ ਹੈ ਨਾ ਕੰਮ। ਕਈ ਮਤਲਬ ਜਿਹੜੇ ਕੰਮ ਕਿਸੇ ਖਾਸ ਬੰਦੇ ਨੇ ਕਰਨੇ ਹੁੰਦੇ ਉਹ ਤਾਂ ਹੀ ਹੁੰਦੇ ਆ, ਹੋਰ ਕਿਸੇ ਨੂੰ ਉਹ ਹੁੰਦੇ ਨਹੀਂਗੇ। ਜਾਣਾ ਪੈ ਗਿਆ ਉਹਨੂੰ ਐਮਰਜੈਂਸੀ। ਤੇ ਮਿਲਦੇ ਹਾਂ ਆਪਾਂ ਗਾਂਹ ਜਾ ਕੇ ਅਗਲੇ ਸਫ਼ਰ 'ਤੇ। ਮੈਂ ਤੇ ਘੁੱਦਾ ਤਾਂ ਹੈਗੇ ਹੀ ਆ ਅਤੇ ਸਿਕੰਦਰ ਵੀ ਵਾਪਸ ਆ ਜਾਊਗਾ ਛੇਤੀ ਕਿਉਂਕਿ ਸਾਡਾ ਹਜੇ ਤੱਕ 1.5 ਮਹੀਨਾ ਹੋਰ ਲੱਗ ਜਾਣਾ ਅਤੇ ਉਦੋਂ ਨੂੰ ਸਿਕੰਦਰ ਨੇ ਫੇਰ ਆ ਜਾਣਾ। ਅਤੇ ਅੱਜ ਆਪਾਂ ਹੁਣ ਜਾਂਦੇ ਹਾਂ ਅੱਗੇ ਆਪਾਂ ਦੇਖਦੇ ਹਾਂ ਕਿ ਆਜ਼ਾਦ ਹਿੰਦ ਫੌਜ ਦੀ ਯਾਦਗਾਰ ਆ, ਤੁਹਾਨੂੰ ਉਹ ਦਿਖਾਉਣੇ ਆ, ਨਾਲੇ ਮਾੜੀਆਂ ਮੋਟੀਆਂ ਇਤਿਹਾਸ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ। ਅਤੇ ਕਿਹੜਾ ਸਿਕੰਦਰ ਨੂੰ ਭੇਜਦੇ ਹਾਂ ਇੱਥੋਂ ਇੰਫਾਲ, ਅਤੇ ਫਿਰ ਇੰਫਾਲ ਤੋਂ ਗਾਂਹ ਜਾਊਗਾ ਪੰਜਾਬ ਵਿੱਚ। ਸਿਕੰਦਰ ਦੀਆਂ ਤਿਆਰੀਆਂ ਬਾਈ ਇੱਥੋਂ ਵਿਛੜਨ ਲੱਗੇ ਹਾਂ ਅਸੀਂ। ਇੱਥੋਂ ਮੁੜ ਲੈ ਕੇ ਖੱਬੇ ਪਾਸੇ ਤੇ ਸਿਕੰਦਰ ਜਾਊਗਾ ਸੱਜੇ ਪਾਸੇ। ਰਾਹ ਆਪਣੇ ਆ ਪਿੰਡਾਂ ਦੇ ਜ਼ਿੰਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀਂ ਘੱਟ ਹੁੰਦੇ ਨਾ। ਠੀਕ ਆ ਬਈ ਸਿਕੰਦਰਾ, ਮਿਲਦੇ ਆ ਬਹੁਤ ਛੇਤੀ ਫਿਰ। ਮੇਘਾਲਿਆ ਤੱਕ ਜਾਂ ਸਿੱਕਮ ਤੱਕ ਪਹੁੰਚ ਜੀ ਸਾਡੇ ਕੋਲੇ। ਮੇਘਾਲਿਆ ਤੱਕ ਪਹੁੰਚ ਜਾਣਾ। ਹਾਂ। ਹੈਲੋ, ਇਹ ਬੁੱਤ ਲੱਗਿਆ ਹੋਇਆ ਸੁਭਾਸ਼ ਚੰਦਰ ਬੋਸ ਜੀ ਦਾ। ਤੇ ਆਪਾਂ ਫਿਰਦੇ ਆ INA ਦੇ ਮਿਊਜ਼ੀਅਮ ਦੇ ਵਿੱਚ। ਇਹ ਆ ਮਿਊਜ਼ੀਅਮ ਇੰਡੀਅਨ ਨੈਸ਼ਨਲ ਆਰਮੀ INA ਆਜ਼ਾਦ ਹਿੰਦ ਫੌਜ। ਆਪਾਂ ਇੱਧਰਲੇ ਗੇਟਵੇ 'ਚ ਹੀ ਵੜਦੇ ਆ, ਫਿਰ ਜਾਂਦੇ ਆ ਅੰਦਰਲੇ ਪਾਸੇ। ਅੰਦਰ ਪੂਰਾ ਮਿਊਜ਼ੀਅਮ ਬਣਿਆ ਹੋਇਆ। ਆਪਾਂ ਫਿਰਦੇ ਆ ਮਣੀਪੁਰ ਦੇ ਵਿੱਚ। ਇਹ ਤੋਂ ਪਹਿਲਾਂ ਕੋਹਿਮਾ ਤੇ ਇੰਫਾਲ ਸ਼ਹਿਰ ਦੇਖੇ ਆਪਾਂ। ਉੱਥੇ ਆਪਾਂ ਦੇਖਿਆ ਜਿਹੜੀ ਦੂਜੀ ਸੰਸਾਰ ਜੰਗ ਦੀ ਯਾਦਗਾਰ ਬਣੀ ਹੋਈ ਆ, ਉਹ ਸਿਪਾਹੀਆਂ ਦੀ ਯਾਦ ਜਿਹੜੇ ਅੰਗਰੇਜ਼ਾਂ ਵੱਲੋਂ ਲੜੇ ਆ। ਅੱਜ ਅਸੀਂ ਉਦੋਂ ਗਾਂਹ ਆਏ ਆ, ਕਿਹੜਾ ਕੁਦੇ ਕੀ ਨਾਂ ਦਾ ਮੋਰਿੰਡਾ ਕਿ ਕੀ ਹੈ, ਮੁਰੈਂਗ ਕਸਬਾ ਜਿਹਾ ਪੈਂਦਾ ਇੱਕ ਇਹ। ਤੇ ਇੱਥੇ ਬਣਿਆ ਹੋਇਆ INA ਦਾ ਯਾਦਗਾਰੀ ਬਣੀ ਹੋਈ ਆ। INA ਇੰਡੀਅਨ ਨੈਸ਼ਨਲ ਆਰਮੀ, ਜਿਹਨੂੰ ਆਪਾਂ ਪੰਜਾਬੀ 'ਚ ਆਜ਼ਾਦ ਹਿੰਦ ਫੌਜ ਕਹਿੰਦੇ ਆ। ਉਹ ਸਾਡੇ ਮਗਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੁਭਾਸ਼ ਚੰਦਰ ਬੋਸ ਦਾ ਬੁੱਤ ਲੱਗਿਆ ਹੋਇਆ। ਆਜ਼ਾਦੀ ਦੇ ਵਿੱਚ ਆਜ਼ਾਦ ਹਿੰਦ ਫੌਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਅਤੇ ਬਹੁਤ ਵੱਡਾ ਇਤਿਹਾਸ ਹੈ ਇਹਦਾ। ਇਹਦੇ ਨਾਲ ਤੁਸੀਂ ਜੇ ਪੜ੍ਹਨਾ ਤਾਂ ਪਬਲੀਕੇਸ਼ਨ ਬਿਊਰੋ ਨੇ ਕਿਤਾਬਾਂ ਛਾਪੀਆਂ ਨੇ। ਮੈਂ ਕਹਿੰਦਾ ਮਗਰਲੇ ਬਲੌਗ 'ਚ ਵੀ ਬੋਲਿਆ ਸੀਗਾ, ਤੁਸੀਂ ਪੜ੍ਹ ਸਕਦੇ ਹੋ। ਪਹਿਲਾਂ ਨੇਤਾ ਜੀ ਹੋਰਾਂ ਨੇ ਬਣਾਈ ਸੀਗੀ ਇੱਕ ਲਸ਼ਕਰ ਹਿੰਦ ਬਰਲਿਨ ਦੇ ਵਿੱਚ। ਪਰ ਉਹ ਇੰਨੀ ਚੱਲੀ, ਮਤਲਬ ਉਹ ਥੋੜ੍ਹੇ ਸਮੇਂ ਬਾਅਦ ਹੀ ਜਿਹੜੀ ਉਹ ਫੌਜ ਸੀਗੀ ਉਹ ਕੋਈ ਬੜੀ ਵੱਡੀ ਐਕਟੀਵਿਟੀ ਨਹੀਂ ਕਰ ਸਕੇ, ਜਾਂ ਕੁਛ ਹੋਰ ਕਾਰਨ ਸੀਗੇ। ਫਿਰ ਉਦੋਂ ਬਾਅਦ 1942 'ਚ ਬਣੀ ਸੀ ਨਾ ਬਾਈ ਆਜ਼ਾਦ ਹਿੰਦ ਫੌਜ ਨਾ। 42 ਬਾਈ ਜਨਰਲ ਮੋਹਨ ਸਿੰਘ ਸੀਗਾ ਜਿਹੜੇ ਕਿ ਸਿੰਗਾਪੁਰ ਸੀ। ਤਾਂ ਫਿਰ ਉਹਨਾਂ ਦੀ ਮਦਦ ਦੇ ਨਾਲ ਬਾਅਦ ਦੇ ਵਿੱਚ ਇਹ ਬਣਾਈ ਗਈ ਆਜ਼ਾਦ ਹਿੰਦ ਫੌਜ INA, ਜਿਹਨੂੰ ਇੰਡੀਅਨ ਨੈਸ਼ਨਲ ਆਰਮੀ ਕਹਿੰਦੇ ਆਪਾਂ। ਜਨਰਲ ਮੋਹਨ ਸਿੰਘ ਦਾ ਅੱਜ ਕਾਫੀ ਵੱਡਾ ਯੋਗਦਾਨ ਆ। ਮੋਹਨ ਸਿੰਘ ਦਾ ਜਨਮ ਉੱਗੋ ਕੇ ਪੈਂਦਾ ਸਿਆਲਕੋਟ ਪਾਕਿਸਤਾਨ 'ਚ ਰਹਿ ਗਿਆ ਹੁਣ ਉੱਥੋਂ ਆ। ਅਤੇ ਉਹ ਜਨਮ ਸੀ ਅਤੇ ਮੌਤ ਉਹਨਾਂ ਦੀ ਲੁਧਿਆਣੇ ਹੋਈ ਸੀ ਕਿਸੇ ਪਿੰਡ, ਮੇਰਾ ਭੁੱਲ ਗਿਆ, ਮੇਰੇ ਯਾਦ ਨਹੀਂ, ਪਰ ਉਹ ਪੰਜਾਬੀ ਸੀ ਮੋਹਨ ਸਿੰਘ ਨਾ। ਅਤੇ ਉਹਨਾਂ ਦਾ ਕਾਫੀ ਵੱਡਾ ਯੋਗਦਾਨ ਸੀ ਆਜ਼ਾਦ ਹਿੰਦ ਫੌਜ ਦੇ ਵਿੱਚ। ਆਜ਼ਾਦ ਹਿੰਦ ਫੌਜ ਸੀ ਮਤਲਬ ਜਿਹੜੇ ਜਦੋਂ ਇਹ ਜੰਗ ਸ਼ੁਰੂ ਹੋਈ ਹੈ ਤਾਂ ਜਿਹੜੇ ਪੰਜਾਬੀ ਸਿਪਾਹੀ ਅੰਗਰੇਜ਼ਾਂ ਵੱਲੋਂ ਲੜਦੇ ਸੀ ਅਤੇ ਜਾਪਾਨੀਆਂ ਦੇ ਅੱਗੇ ਉਹਨਾਂ ਨੇ ਆਤਮ ਸਮਰਪਣ ਕੀਤਾ ਸੀਗਾ, ਉਹਨਾਂ ਨੂੰ ਇਕੱਠੇ ਹੋ ਕੇ ਫੌਜ ਬਣਾਈ ਹੋਈ ਸੀ। ਇਹਦੇ 'ਚ ਬਹੁਤ ਜਿਹੜੀ ਗਿਣਤੀ ਸੀਗੀ ਉਹ ਸਿੱਖ ਸਿਪਾਹੀਆਂ ਦੀ ਸੀ, ਪਹਿਲਾਂ ਫੌਜੀ ਹੁੰਦੇ ਸੀਗੇ। ਤਾਂ ਫਿਰ ਉਹ ਬਹੁਤ ਲੰਮਾ ਚੌੜਾ ਕੰਮ ਆ। ਜੇ ਆਪਾਂ ਪੂਰਾ ਤੇ ਆਜ਼ਾਦ ਹਿੰਦ ਫੌਜ ਦੀ ਗੱਲ ਕਰੀਏ ਤਾਂ ਉਹ ਤੁਸੀਂ ਪੜ੍ਹ ਹੀ ਲਿਓ। ਤਾਂ ਇਹਨਾਂ ਨੇ ਕੀ ਕੀਤਾ ਕਿ ਬਾਅਦ ਦੇ ਵਿੱਚ ਫਿਰ ਜਾਪਾਨੀਆਂ ਦੇ ਨਾਲ ਰਲ ਕੇ ਇਹ ਲੜਾਈ ਅੰਗਰੇਜ਼ਾਂ ਦੇ ਖਿਲਾਫ ਲੜੀ ਆ। ਇਹ ਜਿਹੜਾ ਇੱਧਰੋਂ ਬਰਮਾ ਵਾਲਾ ਬਾਰਡਰ ਪੈਂਦਾ ਘੁੱਦਿਆ, ਇੱਥੋਂ ਦੀ ਐਂਟਰ ਹੋ ਕੇ ਇਹ ਇਹਨਾਂ ਸ਼ਹਿਰਾਂ 'ਚ ਲੜਾਈ ਲੜੀ ਗਈ, ਜਿਵੇਂ ਕੋਹਿਮਾ ਅਤੇ ਇੰਫਾਲ। ਮਤਲਬ ਸਿੱਖ ਇਤਿਹਾਸ ਕਹੀਏ ਨਾ, ਸੌਰੀ ਪੰਜਾਬ ਦੇ ਨਾਲ ਜਾਂ ਸਿੱਖਾਂ ਦੇ ਨਾਲ ਬਹੁਤ ਨੇੜੇ ਦਾ ਤਾਲੁਕਾਤ ਇਹਨਾਂ ਦੋਵਾਂ ਸ਼ਹਿਰਾਂ ਦਾ। ਆਪਣੀ ਕਾਫੀ ਸਿੱਖ ਫੌਜੀ ਇੱਥੇ ਸ਼ਹੀਦ ਹੋਏ, ਚਾਹੇ ਤਾਂ ਉਹ INA ਵੱਲੋਂ ਲੜੇ, ਚਾਹੇ ਉਹ ਅੰਗਰੇਜ਼ਾਂ ਵੱਲੋਂ ਲੜੇ। ਤਾਂ ਉਸ ਤੋਂ ਬਾਅਦ ਕੀ ਹੋਇਆ, ਜਦੋਂ ਅਮਰੀਕਾ ਨੇ ਜਾਪਾਨ 'ਤੇ ਉਹ ਸਿੱਟ 'ਤੇ ਪਰਮਾਣੂ ਬੰਬ, ਜਿਵੇਂ ਨਾਗਾਸਾਕੀ ਅਤੇ ਹੀਰੋਸ਼ੀਮਾ, ਤਾਂ ਉਦੋਂ ਕੁਝ ਸਮੇਂ ਬਾਅਦ ਹੀ ਆਤਮ ਸਮਰਪਣ ਕਰਨਾ ਪੈ ਗਿਆ ਜਾਪਾਨੀ ਫੌਜੀਆਂ ਨੂੰ, ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ ਸੀਗੇ। ਤਾਂ ਉਹਦੇ ਵਿੱਚ ਫਿਰ ਜਿਹੜੀ ਆਪਣੀ ਆਜ਼ਾਦ ਹਿੰਦ ਫੌਜ ਸੀਗੀ, ਉਹਨਾਂ ਦੇ ਸਿਪਾਹੀ, ਉਹਨਾਂ ਨੇ ਵੀ ਆਤਮ ਸਮਰਪਣ ਕੀਤਾ। ਉਦੋਂ ਬਾਅਦ ਕੀ ਹੋਇਆ, ਉਹ ਸਿਪਾਹੀ ਫੜ ਕੇ ਭਾਰਤ ਲੈ ਕੇ ਗਏ, ਆਪਣੇ ਭਾਰਤ ਵਾਲੇ ਪਾਸੇ ਜਿਹੜੀ ਸੀਗੇ ਲੈ ਗਈ ਸਰਕਾਰ ਫੜ ਕੇ। ਪਰ ਉਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਦਿੱਤੀ, ਕਿਉਂਕਿ ਉਦੋਂ ਮੂਵਮੈਂਟ ਇਹੋ ਜਿਹੀ ਚੱਲ ਰਹੀ ਸੀ ਕਿ ਨਾਲ ਆਜ਼ਾਦੀ ਵਾਲਾ ਕੰਮ ਪੂਰੇ ਜ਼ੋਰ ਦੀ ਚੱਲੀ ਜਾਂਦਾ ਸੀਗਾ। ਤਾਂ ਉਹਨਾਂ ਨੂੰ ਕੀ ਕੀਤਾ ਕਿ ਉਹਨਾਂ ਦੀ ਨੌਕਰੀਆਂ ਖੋਲ੍ਹੀਆਂ ਜਾਂ ਹੋਰ ਮਾੜੀਆਂ ਮੋਟੀਆਂ ਸਜ਼ਾਵਾਂ ਦਿੱਤੀਆਂ। ਜਨਰਲ ਮੋਹਨ ਸਿੰਘ ਹੋਰਾਂ ਨੂੰ ਛੱਡ ਦਿੱਤਾ ਸੀ। ਇੱਕ ਨਾਲ ਜਨਰਲ ਨਰਿੰਦਰ ਸਿੰਘ ਵੀ ਸੀਗਾ। ਜੇ ਆਪਾਂ ਨਾਂ ਕਹਿਣ ਲੱਗ ਪਈ ਤਾਂ ਬਹੁਤ ਲੰਮਾ ਚੌੜਾ ਕੰਮ ਹੋ ਜਾਊਗਾ। ਇਹਦੇ ਬਾਰੇ ਤੁਸੀਂ ਪੜ੍ਹ ਲਿਓ, ਬਸ ਜੇ ਤੁਸੀਂ ਗੂਗਲ ਕਰ ਲਿਓ, YouTube 'ਤੇ ਵੀ ਵੇਖ ਲਿਓ ਜਾਂ ਕਿਤਾਬਾਂ ਪੜ੍ਹ ਲਿਓ। ਬਹੁਤ ਵੱਡਾ ਇਤਿਹਾਸ ਆ ਆਜ਼ਾਦ ਹਿੰਦ ਫੌਜ ਦਾ। ਅਤੇ ਆਜ਼ਾਦ ਹਿੰਦ ਫੌਜ ਦੇ ਵਿੱਚ ਕੁਦਿਆ ਜਿਹੜਾ ਸੁਭਾਸ਼ ਚੰਦਰ ਬੋਸ ਸੀ, ਉਹਨਾਂ ਦੇ ਸਟਾਲਿਨ ਕਈ ਨਾ ਹਿਟਲਰ ਦੇ ਨਾਲ ਵੀ ਚੰਗੇ ਸੰਬੰਧ ਸੀ, ਅਤੇ ਉਹਨਾਂ ਨੂੰ ਮਿਲਣ ਵੀ ਗਿਆ ਸੀਗਾ ਆਜ਼ਾਦੀ ਦੇ ਲਈ।
ਕਾਫੀ ਗੱਲਬਾਤ ਕਰਨ ਦੇ ਲਈ। YouTube ਤੇ ਇੱਕ ਫਿਲਮ ਪਈ ਆ ਸੁਭਾਸ਼ ਚੰਦਰ ਬੋਸ ਦੀ ਜੀਵਨੀ ਤੇ ਬਣੀ ਹੋਈ, ਤੁਸੀਂ ਸਰਚ ਕਰ ਲਿਓ ਸੁਭਾਸ਼ ਚੰਦਰ ਬੋਸ ਲਿਖ ਕੇ। ਉਹ 4-5 ਘੰਟੇ ਦੀ ਫਿਲਮ ਆ, ਕਾਫੀ ਲੰਮਾ ਚੌੜਾ ਕੰਮ ਆ। ਉਹਦੇ 'ਚ ਪੂਰੀ ਹਿਸਟਰੀ ਦਿੱਤੀ ਹੋਈ ਹੈ ਸੁਭਾਸ਼ ਚੰਦਰ ਬੋਸ ਦੀ, ਤਾਂ YouTube ਤੋਂ ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ। ਤੇ ਮਗਰ ਸੁਭਾਸ਼ ਚੰਦਰ ਹੋਰਾਂ ਦਾ ਬੁੱਤ ਲੱਗਿਆ ਹੋਇਆ। ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ, ਕਿ ਪਰ ਅੰਦਰ ਜਿਹੜੇ ਆਪਣੇ ਪੰਜਾਬੀ ਸੈਨਿਕ ਸੀਗੇ ਉਹਨਾਂ ਦੇ ਨਾਂ ਵੀ ਲਿਖ ਕੇ ਲਾਏ ਹੋਏ, ਹੋਰ ਫੋਟੋ ਬਹੁਤ ਕੁਝ ਲਿਖਿਆ ਪਿਆ, ਅਸਲਾ ਵੀ ਪਿਆ ਹੁੰਦਾ, ਹੈਲਮਟ ਪਿਆ, ਮੈਂ ਸਾਰਾ ਸਮਾਨ ਰੱਖਿਆ ਪਿਆ ਇੱਥੇ। ਤੇ ਇਹ INA ਦਾ ਹੈਗਾ, ਜਿਹੜਾ ਹੈਗਾ ਮਿਊਜ਼ੀਅਮ ਹੀ ਹੁੰਦਾ ਨਾ ਬਾਈ, ਮਿਊਜ਼ੀਅਮ ਅਜਾਇਬ ਘਰ। ਬਾਕੀ ਆਜ਼ਾਦ ਹਿੰਦ ਫੌਜ ਦਾ ਬਹੁਤ ਵੱਡਾ ਇਤਿਹਾਸ ਆ। ਤੇ ਇਹ ਥਾਵਾਂ ਵੀ ਇੱਥੇ ਪੰਜਾਬੀ ਲੜੇ ਆ ਕੇ। ਸਾਡਾ ਜੇ ਅਸੀਂ ਪੁਰਾਣਾ ਤੌਰ 'ਤੇ ਦੇਖੀਏ ਤਾਂ ਖੁਦ ਆਪਣੇ ਪੰਜਾਬ ਦੇ ਬੰਦੇ ਦਾ ਨਾ ਸਿੰਗਾਪੁਰ ਹੋ ਗਿਆ ਜਿਵੇਂ, ਤਾਂ ਹੋਰ ਇਹ ਹੋ ਗਏ ਜਰਮਨ ਵਰਗੇ, ਇਹਨਾਂ ਦੇਸ਼ਾਂ ਦੇ ਨਾਲ ਕਾਫੀ ਤਾਲੁਕਾਤ ਸੀ, ਹੈ ਨਾ, ਕਾਫੀ ਆਉਣ ਜਾਣ ਸੀਗਾ, ਜਿਹੜੇ ਕਿ ਰਾਜਨੀਤਿਕ ਪੂਰਾ ਹੀ ਸੀਗਾ। 5-4 ਦੇਸ਼ ਸੀਗੇ, ਜਿਵੇਂ ਇਹ ਮਨੀਲੇ ਦੇ ਵਿੱਚ ਕਾਫੀ ਪੁਰਾਣਾ ਇਤਿਹਾਸ ਆ ਪੰਜਾਬੀਆਂ ਦਾ। ਤਾਂ ਕਾਫੀ ਗੱਲਾਂ ਨੇ ਇਹ, ਪਰ ਬਹੁਤੀਆਂ ਗੱਲਾਂ ਅਸੀਂ ਤਾਂ ਹੁਣ ਬੋਲ ਨਹੀਂ ਸਕਦੇ। ਕਿ ਤੁਸੀਂ ਆਪ ਸਰਚ ਕਰਿਓ, ਕੁਛ YouTube ਤੇ ਦੇਖਿਓ, ਜਵਾਕਾਂ ਨੂੰ ਦਿਖਾਇਓ, ਆਪਦਿਆਂ ਨੂੰ ਗੂਗਲ ਕਰਕੇ ਦੇਖ ਲਿਓ। ਪਰ ਆਜ਼ਾਦ ਹਿੰਦ ਫੌਜ ਦਾ ਬਹੁਤ ਵੱਡਾ ਇੱਕ ਇਤਿਹਾਸ ਆ। 11 ਵੱਜ ਗਏ ਅਤੇ ਆਪਾਂ ਮੋਰਾਂਗ ਤੋਂ ਨਿਕਲ ਗਏ ਅੱਗੇ ਨੂੰ। ਅੱਜ ਆਪਾਂ ਪਹੁੰਚਾਂਗੇ ਚੁਰਾਚਾਂਦਪੁਰ। ਚੁਰਾਚਾਂਦਪੁਰ ਇਸਦਾ ਜ਼ਿਲ੍ਹਾ ਇੱਕ 120 ਕਿਲੋਮੀਟਰ ਵਾਟ ਹੈ। ਫਿਰ ਉਦੋਂ ਗਾਂਹ ਦੇਖਦੇ ਹਾਂ ਵੀ ਕਿੱਥੇ ਕਿੰਨਾ ਸਾਈਕਲ ਚਲਾਉਣਾ ਅਤੇ ਸ਼ਾਮ ਤੱਕ ਕਿੱਥੇ ਪਹੁੰਚਦੇ ਹਾਂ। ਅਸੀਂ ਹੈਗੇ ਆ ਚੁਰਾਚਾਂਦਪੁਰ ਤੋਂ 15 ਕਿਲੋਮੀਟਰ ਪਿੱਛੇ। ਬੰਦੇ ਅੱਜ ਅਸੀਂ 3 ਤੋਂ 2 ਰਹਿ ਗਏ ਆ। ਸਿਕੰਦਰ ਪਿੰਡਾਂ ਵੀ ਜੀਅ ਨਹੀਂ ਲੱਗੀ ਜਾਂਦਾ, ਉੱਪਰ ਜਿਹਾ ਲੱਗੀ ਜਾਂਦਾ, ਕਿਉਂਕਿ ਮਣੀਪੁਰ ਦੇ ਹਾਲਾਤ ਸਾਰਿਆਂ ਨੂੰ ਪਤਾ ਹੀ ਆ। ਉੱਤੋਂ ਵੋਟਾਂ ਆਈਆਂ ਹੋਈਆਂ ਨੇ, ਸਿਕਿਉਰਿਟੀ ਬਹੁਤ ਟਾਈਟ ਆ। ਸੜਕ ਦੇ ਦੋਨੇ ਪਾਸੇ ਫੌਜੀ ਖੜੇ ਆ, ਵੱਡੇ ਅਸਲੇ ਚੱਕੀ। ਆਵੇ ਕੁੱਦਾਂ ਕੋਈ ਅਫਸਰ ਲੰਘਣਾ, ਆਹ ਕਾਫਲਾ ਜਾ ਰਿਹਾ ਕਿਸੇ ਅਫਸਰ ਦਾ ਦੂਜੇ ਪਾਸੇ ਜੀ। ਤੇ ਪੰਜਾਬ ਦੇ ਵਿੱਚ ਵੀ ਪੂਰੀ ਗਰਮਾ ਗਰਮੀ ਚੱਲੀ ਜਾਂਦੀ ਹੈ। ਇਲੈਕਸ਼ਨ ਨੇ ਮਣੀਪੁਰ 'ਚ ਵੀ ਇਲੈਕਸ਼ਨ ਆ, ਵਿਰੋਧਤਾ ਵੀ ਕਰੀ ਜਾਂਦੇ ਨੇ ਲੋਕ ਇੱਕ ਦੂਜੇ ਦੀ, ਜਿਹੜੇ ਪੱਖ ਕਰਨਾ ਪੱਖ ਵੀ ਕਰੀ ਜਾਂਦੇ ਆ। ਬਸ ਬਈ ਇੰਨਾ ਕੁ ਧਿਆਨ ਰੱਖਿਓ, ਵੋਟਾਂ ਦੀ ਗਰਮੀ 4 ਦਿਨਾਂ ਦੀ ਹੁੰਦੀ ਆ। ਜਿਹਦੀ ਵਿਰੋਧਤਾ ਕਰਨੀ ਆ ਇਸ ਤਰੀਕੇ ਨਾਲ ਕਰਿਓ ਵੀ ਕੱਲ੍ਹ ਨੂੰ ਜੇ ਉਹ ਬੰਦਾ ਤੁਹਾਨੂੰ ਕਿਸੇ ਵਿਆਹ ਸ਼ਾਦੀ 'ਤੇ, ਕਿਸੇ ਮਰਗ ਦੀ ਭੋਗ 'ਤੇ ਕਿਤੇ ਗਲੀ ਖੜੇ ਜਾਂਦਾ ਮਿਲ ਜੇ, ਤਾਂ ਉਹਨੂੰ ਵੇਖ ਕੇ ਤੁਹਾਨੂੰ ਨੀਵੀਂ ਨਾ ਪਾਓ, ਅੱਖਾਂ ਨਾ ਚਲਾਉਣੀਆਂ ਪੈਣ ਵੀ ਮੈਂ ਇਹ ਬੰਦੇ ਨੂੰ ਗਲਤ ਬੋਲਿਆ ਸੀ। ਇਹਨਾਂ ਨਾ ਵਿਰੋਧਤਾ ਕਰੋ, ਹਮਾਇਤ ਕਰੋ, ਸਭ ਨੂੰ ਆਜ਼ਾਦੀ, ਸਭ ਦੀ ਵਿਚਾਰਧਾਰਾ। ਇੱਥੇ ਵੀ ਉਹੀ ਰੌਲਾ, ਪੰਜਾਬ 'ਚ ਵੀ ਉਹੀ ਰੌਲਾ। ਦੁਨੀਆਂ ਦੇ ਹਰੇਕ ਫੂਕੇ 'ਤੇ ਸਾਰੇ ਭਾਂਡੇ ਇੱਕੋ ਜਿਹੇ ਨਹੀਂ ਹੁੰਦੇ ਨਾ, ਹਰੇਕ ਦਾ ਸੁਭਾਅ ਡੋਟੀ ਹੁੰਦਾ, ਸੋਚਣ ਦਾ ਨਜ਼ਰੀਆ ਡੋਟੀ ਹੁੰਦਾ। ਬਸ ਵੋਟਾਂ ਦੀ ਗਰਮੀ 'ਚ ਆ ਕੇ ਐਵੇਂ ਕਲੇਸ਼ ਨਾ ਵਿੱਢ ਲਿਓ ਕਿਤੇ। ਇਹਨਾਂ ਸਿਆਣੇ ਕਹਿੰਦੇ ਨੇ ਵੀ ਬੰਦੇ ਨਾਲ ਲੜੀਏ ਵੀ ਉਸ ਤਰੀਕੇ ਨਾਲ ਵੀ ਜੇ ਕੱਲ੍ਹ ਨੂੰ ਬੋਲਣ ਲੱਗ ਜਾਈਏ ਤਾਂ ਸ਼ਰਮ ਨਾ ਆਵੇ। ਬਸ ਧਿਆਨ ਰੱਖਿਓ ਬਾਈ। ਬਾਕੀ ਅਸੀਂ ਤਾਂ ਸਾਈਕਲ ਦਵੱਲੀ ਜਾਂਦੇ ਹਾਂ, ਅਤੇ ਲੱਗਦਾ ਅੱਜ ਦੇ 2 ਮਹੀਨੇ ਪੰਜਾਬ ਹੋਰ ਨਹੀਂ ਮੁੜਦੇ। ਉਦੋਂ ਤਾਂ ਪੰਜਾਬ 'ਚ ਵੀ ਨਵਾਂ ਮੁੱਖ ਮੰਤਰੀ ਬਣ ਜੂ ਜਦੋਂ ਅਸੀਂ ਪੰਜਾਬ ਆਉਣਾ ਨਾ ਕੁਦਿਆ, ਸੌਂ ਚੱਕੀਆਂ ਜਾਣਗੀਆਂ ਉਦੋਂ। ਆਹ ਪਹਾੜ 3-4 ਦਿਨ ਆਪਣੇ ਨਾਲ ਹੀ ਤੁਰੇ ਆਉਂਦੇ ਆ। ਸੜਕ ਵਿਚਾਲੇ ਆ, ਇੱਕ ਉੱਧਰਲੇ ਪਾਸੇ ਵੀ ਆ ਅਤੇ ਇੱਧਰ ਵੀ ਦਿਸਦੇ ਹੋਣਗੇ ਤੁਹਾਨੂੰ ਦਰੱਖਤਾਂ ਦੇ ਉਰਲੇ ਪਾਸੇ 'ਚ ਨਾ। ਚੁਰਾਚਾਂਦਪੁਰ ਤੱਕ ਇਹ ਆਈ ਆ ਦੂਰ ਦੂਰ। ਚੁਰਾਚਾਂਦਪੁਰ ਤੋਂ ਗਾਂਹ ਜਾ ਕੇ ਉਹਨੇ ਇਕੱਠੇ ਹੋ ਜਾਣਾ, ਅਤੇ ਫਿਰ ਆਪਾਂ ਨੂੰ ਪਹਾੜ ਦੇ ਉੱਤੇ ਚੜ੍ਹਨਾ ਪੈਣਾ ਇਹਦੇ। ਅੱਜ ਪੀਣ ਲੱਗੇ ਆ ਸਵੇਰ ਦੀ ਪਹਿਲੀ ਚਾਹ। ਇਹਨਾਂ ਨੂੰ ਨਾ ਹਿੰਦੀ ਆਉਂਦੀ ਨਾ ਅੰਗਰੇਜ਼ੀ ਆਉਂਦੀ ਆ ਮਾਤਾ ਹੋਰੀਆਂ ਨੂੰ, ਤਾਂ ਫਿਰ ਕੀਤਾ ਕਿ ਭਾਈ ਗੂਗਲ 'ਤੇ ਜਾ ਕੇ ਚਾਹ ਦੇ ਗਲਾਸ ਦੀ ਫੋਟੋ ਡਾਊਨਲੋਡ ਕਰਕੇ ਦਿਖਾਤੀ ਕਿ ਸਾਨੂੰ ਆਹ ਚਾਹੀਦੀ ਹੈ, ਅਤੇ ਫਿਰ ਆਹ ਬਣ ਕੇ ਆ ਗਈ। ਜਦੋਂ ਆਪਾਂ ਚੁਰਾਚਾਂਦਪੁਰ ਨੂੰ ਜਾਂਦੇ ਤਾਂ ਰਸਤੇ ਦੇ ਵਿੱਚ ਇੱਕ ਇਹ ਗੇਟ ਬਣਿਆ ਆਉਂਦਾ, ਸੈਂਚਰੀ ਗੇਟ, ਐਂਗਲੋ ਕੁੱਕੀ ਵਾਰ 1917 ਅਤੇ 1919। ਕੁੱਕੀ ਇੱਥੋਂ ਦਾ ਇੱਕ ਮਣੀਪੁਰ ਦਾ ਇੱਕ ਕਬੀਲਾ ਜਿਹੜਾ ਕਿ ਆਪਣੀ ਆਜ਼ਾਦੀ ਦੇ ਲਈ ਲੜ ਰਿਹਾ। ਉਹਨਾਂ ਦੀ ਹੁਣ ਵੀ ਉਹ ਮੰਗ ਆ ਕਿ ਉਹ ਕਹਿੰਦੇ ਕਿ ਅਸੀਂ ਇੱਕ ਕੁੱਕੀ ਲੈਂਡ ਬਣਾਉਣਾ। ਕੁੱਕੀ ਕਬੀਲੇ ਦਾ ਨਾਮ ਇੱਥੋਂ ਦਾ, ਜਿਵੇਂ ਆਪਾਂ ਦੇਖਿਆ ਸੀ ਨਾਗਾਲੈਂਡ ਦੇ ਵਿੱਚ ਵੀ ਟਰਾਈਬਸ ਸੀਗੀਆਂ, ਤਾਂ ਉਵੇਂ ਇਹ ਕੁੱਕੀ ਆ। ਬਾਕੀ ਤੁਸੀਂ ਇਹਦੇ ਬਾਰੇ ਸਰਚ ਕਰ ਲਿਓ, ਐਂਗਲੋ ਕੁੱਕੀ ਵਾਰ 1917 ਲਿਖ ਕੇ ਗੂਗਲ 'ਤੇ ਬਹੁਤ ਡਿਟੇਲ 'ਚ ਪਿਆ, ਅਤੇ ਕੁਛ ਕਿਤਾਬਾਂ ਵੀ ਤੁਹਾਨੂੰ ਇਹਦੇ ਨਾਲ ਸੰਬੰਧਿਤ ਮਿਲ ਜਾਣਗੀਆਂ, ਪਰ ਉਹ ਮਿਲਣਗੀਆਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ। ਜਿਹੜੇ ਹੁਣ ਵੀ ਇੱਥੇ ਜਿਹੜੇ ਗਰੁੱਪ ਸਰਗਰਮ ਹੈਗੇ ਉਹਨਾਂ 'ਚ ਇੱਕ ਕੁੱਕੀ ਗਰੁੱਪ ਆ ਜਿਹੜਾ ਸਭ ਤੋਂ ਜ਼ਿਆਦਾ ਅਹਿਮ ਆ। ਇਹ ਸ਼ਹਿਰ ਚੁਰਾਚਾਂਦਪੁਰ ਦਾ ਬਾਜ਼ਾਰ ਆ, ਇਹ ਜ਼ਿਲ੍ਹਾ ਇੱਥੋਂ ਦਾ। ਇਹ ਭੁੱਖ ਲੱਗੀ ਆ ਅਤੇ ਕੀ ਭਾਲਦੇ ਆ ਖਾਣ ਵਾਲਾ ਹਿਸਾਬ ਦਾ ਮਿਲ ਜੇ ਤਾਂ। ਅਮਰਤਾ ਹੈਗਾ ਮਗਰ ਬੋਰਡ 'ਤੇ ਲੱਗਿਆ ਪਿਆ ਇੱਕ ਆਹ ਹੈਗਾ, ਵੇਖੀਏ ਇਹਨਾਂ ਕੋਲ ਕੀ ਮਿਲਦਾ। ਅਤੇ ਨਹੀਂ ਤਾਂ ਉੱਧਰ ਫਿਰ ਸੇਬ ਸੂਜੇ ਪਏ ਉਹ ਚੱਕ ਲੈਂਦੇ ਆ। ਉਹ ਵੀ ਰੋਟੀ ਪਕਾਈ ਜਾਂਦਾ, ਉੱਧਰ ਵੀ ਹੈਗਾ। ਛਕਿਆ ਪ੍ਰਸ਼ਾਦਾ। ਕਿੰਨੇ ਪੈਸੇ ਬਣ ਗਏ ਅਮਰਤਾ? ਕਿੰਨੇ ਪੈਸੇ ਲਏ ਰੋਟੀ ਦੇ? 280। ਰਾਹ ਪੁੱਛਿਆ ਬਾਈ ਤੋਂ? ਹਾਂ
ਇੱਥੋਂ ਦੇ ਲੋਕ ਬਾਹਰ ਗਏ ਹੀ ਨਹੀਂ, ਆਈਜ਼ ਨਹੀਂ ਗਿਆ ਕੋਈ, ਇਹਨਾਂ ਨੂੰ ਰਾਹ ਕਿਹਨੂੰ ਪੁੱਛੀ ਕੋਈ ਨਹੀਂ ਦੱਸ ਰਿਹਾ। क्या रेट है ग्रीन एप्पल? इतना महंगा काम यार, 350 रुपये। और ये बेर बेर 140 रुपए किलो है। मारता जमा ही तू तो। कहाँ से आते हैं ये बेर? जहाँ साहब हम लोग तो सब इम्फाल से लाते हैं। इम्फाल से? इधर तो कुछ भी नहीं होता ना, खेती तो नहीं होता इधर। कहाँ खेती होता? ये कश्मीर तो ਹੁੰਦਾ ਵੀਰੇ। ਆਉਂਦਾ ਆਪਣੇ ਵੀ ਕਸ਼ਮੀਰ ਤੋਂ ਆਪਣੇ ਵਾੜ ਘੱਟ ਪੈਂਦੀ ਹੈ ਨਾ। ਆਪਣੇ ਨੇੜੇ ਆ, ਇੱਥੇ 3000 किलोमीटर वाट पै ਜਾਂਦੀ ਹੈ। वो सेब दे दो हमें, क्या रेट है वो? ये 250 का है, ये 220 का है, ये 180 का है। ਆਹ ਲੈ ਲਿਆ 180 ਵਾਲੇ ਯਾਰ, ਕਮਰਾ ਲਈ ਜਾਂਦੇ ਆ। ਕੁਝ ਦਿਨ ਮੈਂ ਕੋਈ ਘੱਟ ਆਉਂਦੀ ਅੰਗਰੇਜ਼ੀ ਤੇ ਮੈਂ ਬੋਲ ਪੈਣਾ। When we speak with locals, they can't understand our English or Hindi. These people of these places only speak Manipuri, so this is a big problem for us. I don't speak Manipuri. Okay, you are from where? I'm from here. From here. Yeah. You only speak English. Yeah, I speak English in my language. Your language? Your mother, your state language is Manipuri? English. No, it's Manipuri. It's Manipuri, but But I'm not Manipuri. lot of people speak English here. ਹੁਣ ਆਪਾਂ ਬੈਠੇ ਆ ਜੀ ਚੂਰਾ ਚੂਰਾ ਚਾਂਦਪੁਰ ਮਣੀਪੁਰ ਦਾ ਇੱਕ ਜ਼ਿਲ੍ਹਾ। ਅਸੀਂ ਅੱਜ ਕੁਝ 30-35 ਕਿਲੋਮੀਟਰ ਵਾਟ ਆਏ ਹੋਵਾਂਗੇ ਨਾ। ਮਰਾਂਗ ਤੋਂ ਅਸੀਂ 35 ਕਿਲੋਮੀਟਰ ਵਾਟ ਚੱਲ ਕੇ ਆਏ ਹਾਂ। ਅਸੀਂ ਇੱਥੇ ਆ ਕੇ ਅਸੀਂ ਕਮਰਾ ਲੈ ਲਿਆ, ਇੱਕ ਸਾਨੂੰ ਇਹ ਕਮਰਾ ਮਿਲਿਆ 1000 ਰੁਪਏ ਦਾ। ਟਾਈਮ ਪਾਸ ਜਦੋਂ ਵਧੀਆ ਹੋਈ ਜਾਂਦਾ ਆਪਣੇ ਇਹੋ ਜਿਹੇ ਕਮਰਿਆਂ 'ਚ। ਤੇ ਅਸੀਂ ਜਾਣਾ ਅੱਗੇ ਸੀਗਾ, ਪਰ ਸਾਡਾ ਉੱਥੋਂ ਲੈ ਕੇ 30 ਕਿਲੋਮੀਟਰ ਦਾ ਤਜਰਬਾ ਇਹੋ ਜਿਹਾ ਹੋਇਆ ਕਿ ਸਾਨੂੰ ਲੱਗਿਆ ਵੀ ਯਾਰ ਆਪਾਂ ਨੂੰ ਅੱਗੇ ਜਾਣ ਦਾ ਰਿਸਕ ਨਹੀਂ ਲੈਣਾ ਚਾਹੀਦਾ, ਕਿਉਂਕਿ ਇੱਕ ਤਾਂ ਵੋਟਾਂ ਨੇ ਇੱਥੇ, ਤੇ ਇੱਕ ਵੈਸੇ ਵੀ ਡਿਸਟਰਬ ਸਟੇਟ ਹੈਗੀ। ਸਾਨੂੰ ਪਿੱਛੇ ਆਰਮੀ ਲੱਗੀ ਵੀ ਸੀ ਕਾਫੀ ਜਗ੍ਹਾ। ਮੈਨੂੰ ਹਾਲਾਤ ਇਹੋ ਜਿਹੇ ਸੀਗੇ ਯਾਰ, ਵੀ ਅਸੀਂ ਆਖਿਆ ਆਪਾਂ ਰਿਸਕ ਨਹੀਂ ਲੈਣਾ। ਅਸੀਂ ਲੋਕਾਂ ਤੋਂ ਪੁੱਛਿਆ ਇੱਥੇ, ਸਾਨੂੰ ਕਿਸੇ ਨੇ ਹਿੰਮਤ ਹੀ ਨਾਲ ਆਖਿਆ ਨਹੀਂ ਕਿ ਸਾਈਕਲ ਜਾ ਕੇ ਜਾਂਦੇ ਰਹੋ, ਕੁਛ ਨਹੀਂ ਹੁੰਦਾ ਗਿਆ। ਹੋਰ ਹੀ ਗੱਲਾਂ ਜੀ ਕਰਨ ਲੱਗ ਪਏ। ਫਿਰ ਅਸੀਂ ਕਿਹਾ ਚੱਲ, ਫਿਰ ਅਸੀਂ ਹੁਣ ਇੱਥੋਂ 100 ਕਿਲੋਮੀਟਰ ਹੋ ਗਈ ਹੱਦ ਮਣੀਪੁਰ ਦੀ ਨਾ, 150 ਹੋਊਗਾ ਮਣੀਪੁਰ ਦੀ ਹੱਦ 'ਚ। ਅਸੀਂ ਸਾਈਕਲਿੰਗ ਨਹੀਂ ਕਰਾਂਗੇ ਇੱਥੋਂ, ਅਸੀਂ ਸਾਈਕਲ ਲੱਦਾਂਗੇ ਗੱਡੀ ਤੇ ਕੰਮ ਮਿਜ਼ੋਰਮ 'ਚ ਸਾਈਕਲਿੰਗ ਸ਼ੁਰੂ ਕਰਾਂਗੇ। 100 ਤੋਂ ਲੈ ਕੇ ਮਿਜ਼ੋਰਮ ਤੋਂ 20 ਕਿਲੋਮੀਟਰ ਪਹਿਲਾਂ ਹਾਂ ਮਣੀਪੁਰ ਦੀ ਸ਼ੁਰੂ ਕਰ ਲਾਂਗੇ। ਉੱਥੋਂ ਮਤਲਬ ਜਿਹੜਾ ਜ਼ਿਆਦਾ ਹੈਗਾ ਏਰੀਆ ਜਾਂ ਉਹ ਆਪਾਂ ਕੱਢ ਲਾਂਗੇ। ਇਹ ਨਾਰਥ ਈਸਟ ਦਾ ਜਿਹੜਾ ਇਲਾਕਾ ਹੈਗਾ, ਆਪਾਂ ਪਹਿਲਾਂ ਉਦੋਂ ਦੇ ਜਿੱਦਾਂ ਦੇ ਆਪਾਂ ਤੁਰੇ ਆਪਾਂ ਉਦੋਂ ਦੇ ਨਾਰਥ ਈਸਟ 'ਚ ਆਪਣਾ ਟੂਰ ਹੀ ਨਾਰਥ ਈਸਟ ਦਾ ਨਾ। ਪਹਿਲੇ ਦਿਨ ਆਸਾਮ ਤੋਂ ਕੰਮ ਸ਼ੁਰੂ ਕੀਤਾ ਸੀਗਾ, ਤਾਂ ਆਪਾਂ ਨਾਰਥ ਈਸਟ ਦੀਆਂ ਗੱਲਾਂ ਹੀ ਬਹੁਤ ਕੀਤੀਆਂ ਨੇ। ਅੱਜ ਵੀ ਮੋਟੀ ਜੀ ਜਾਣਕਾਰੀ ਦਿੰਦੇ ਆ ਤੁਹਾਨੂੰ, ਤਰੀਕਾਂ 'ਚ ਤੇ ਸਾਲਾਂ 'ਚ ਨਿਕਲ ਜਾਉਂਦੇ ਹੈਗੇ। ਸਿੱਧੀਆਂ ਜੀ ਗੱਲਾਂ ਦੱਸਦੇ ਆ ਵੀ ਜਿਹੜਾ ਨਾਰਥ ਈਸਟ ਆ ਇਹ ਪਹਿਲਾਂ ਆਸਾਮ ਸੀ। ਸਾਰੇ ਦਾ ਸਾਰਾ ਆਸਾਮ ਸੀ, ਪਰ ਇਹਦੇ 'ਚ ਵੀ ਕੀ ਇਲਾਕਾ ਜਿਹੜਾ ਆਸਾਮ ਵਾਲਾ ਇਲਾਕਾ ਉਹ ਪੱਧਰਾ, ਤੇ ਜਿਹੜਾ ਆ ਇੱਧਰਲਾ ਏਰੀਆ ਸਾਰਾ ਹਿੱਲ ਏਰੀਆ, ਮਤਲਬ ਪਹਾੜੀ ਏਰੀਆ। ਨਾਗਾਲੈਂਡ ਸਾਰੇ ਦਾ ਸਾਰਾ ਪਹਾੜੀ ਏਰੀਆ ਆ ਗਿਆ। ਤਾਂ ਥੋੜ੍ਹਾ ਜਿਹਾ ਫਰਕ ਸੀ ਲੋਕਾਂ ਦਾ, ਰਹਿਣ ਸਹਿਣ ਦਾ ਵੀ, ਪਹਿਰਾਵੇ ਦਾ ਵੀ। ਇੱਕ ਉਦੋਂ ਇਹ ਜਦੋਂ ਅੰਗਰੇਜ਼ ਆਏ ਆ, ਉਦੋਂ 100 ਤੋਂ ਉੱਪਰ ਇੱਥੇ ਕਬੀਲੇ ਰਹਿੰਦੇ ਸੀਗੇ, ਤੇ ਹਰੇਕ 15-18 ਕਿਲੋਮੀਟਰ ਬਾਅਦ ਇਹਦੀ ਬੋਲੀ ਬਦਲ ਜਾਂਦੀ ਸੀ, ਇਹਨਾਂ ਦਾ ਪਹਿਰਾਵਾ ਬਦਲ ਜਾਂਦਾ ਸੀਗਾ, ਤੇ ਕਾਫੀ ਫਰਕ ਸੀਗਾ ਉਸ ਵਿੱਚ ਦੀ। ਜਦੋਂ ਅੰਗਰੇਜ਼ ਆਏ ਆ ਤਾਂ ਅੰਗਰੇਜ਼ਾਂ ਨੇ ਕੀ ਕੀਤਾ, ਤੇ ਅੰਗਰੇਜ਼ਾਂ ਦੇ ਕੁਛ ਤਾਂ ਪਹਿਲੇ ਇਲਾਕਾ ਇਹੋ ਜਿਹਾ ਸੀਗਾ ਵੀ ਇਹਦਾ ਦੂਜੇ ਪਾਸੇ ਆਪਣੇ ਜਿਵੇਂ ਉੱਧਰ ਆਪਣਾ ਦਿੱਲੀ ਵਾਲਾ ਕੰਮ ਹੋ ਗਿਆ, ਕਲਕੱਤਾ ਹੋ ਗਿਆ, ਦੂਜੇ ਹਿੰਦੁਸਤਾਨ ਨਾਲ ਕੋਈ ਤਾਂ ਤਾਲੁਕਾਤ ਨਹੀਂ ਸੀਗਾ। ਨਾ ਹੀ ਇੱਧਰ ਕੋਈ ਵਪਾਰ ਕਰਨ ਆਉਂਦਾ ਸੀ, ਨਾ ਹੀ ਕੋਈ ਹੋਰ, ਮਤਲਬ ਕੁਛ ਵੀ ਨਹੀਂ ਸੀਗਾ। ਉਹ ਇੱਧਰ ਆਉਂਦੇ ਹੀ ਨਹੀਂ ਸੀਗੇ, ਇਹਨਾਂ ਲੋਕਾਂ ਦਾ ਕੋਈ ਉਹਨਾਂ ਨਾਲ ਤਾਲਮੇਲ ਹੀ ਹੈ ਨਹੀਂ ਸੀਗਾ। ਜਦੋਂ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨੇ ਇਹ ਬਾਉਂਡਰੀ ਹੋਰ ਤਕੜੀ ਕਰਤੀ। ਉਹਨਾਂ ਨੇ ਬੰਦ ਕਰਤਾ ਵੀ ਤੁਸੀਂ ਕਿਸੇ ਨੇ ਨਹੀਂ ਆਉਣਾ ਜਾਣਾ ਇੱਧਰ, ਸਿਰਫ ਇਹੀ ਰਹਿ ਗਿਆ ਹਿੱਲ ਏਰੀਆ। ਉਦੋਂ ਬਾਅਦ ਲਿਆ ਕੇ ਉਹਨੇ ਇਹਦੇ 'ਚ ਈਸਾਈ ਵਾਰਡ ਤੇ ਈਸਾਈ ਸਕੂਲ ਖੋਲ੍ਹ ਲਏ, ਹੋਰ ਕੁਛ ਹੋ ਗਿਆ, ਜਿਹਦੀ ਵਜ੍ਹਾ ਕਰਕੇ ਅੱਜ ਵੀ ਇੱਥੇ ਈਸਾਈ ਕਾਫੀ ਆ। ਤੇ ਉਸੇ ਚੀਜ਼ ਦਾ ਪ੍ਰਭਾਵ ਆ ਵੀ ਲੋਕ ਬਹੁਤ ਮਾਡਰਨ ਨੇ ਇੱਥੇ। ਹੋ ਸਕਦਾ ਅੱਜ ਕਈਆਂ ਨੂੰ ਇੱਥੇ ਮਣੀਪੁਰ ਦੇ ਵਿੱਚ ਮਣੀਪੁਰੀ ਨਹੀਂ ਬੋਲਣੀ ਆਉਂਦੀ, ਪਰ ਅੰਗਰੇਜ਼ੀ ਬੋਲਣੀ ਆਉਂਦੀ ਆ। ਇਹ ਉਸੇ ਚੀਜ਼ ਦਾ ਹੀ ਪ੍ਰਭਾਵ ਆ। ਉਦੋਂ ਬਾਅਦ ਆਪਾਂ ਦੱਸਦੇ ਹਾਂ ਵੀ ਇਹ ਸਮੱਸਿਆ ਸ਼ੁਰੂ ਕਿੱਥੋਂ ਹੁੰਦੀ ਆ। ਜਦੋਂ ਇਹ ਸੀਗੇ ਜਿਹੜੇ ਇੱਧਰਲੇ ਲੋਕ ਸੀਗੇ, ਇਹ ਕਹਿੰਦੇ ਸੀ ਵੀ ਅਸੀਂ ਅਲੱਗ ਆ, ਕਿਉਂਕਿ ਇੱਕ ਪਾਸੇ ਤਾਂ ਹਿੰਦੁਸਤਾਨ ਦੇ ਵਿੱਚ ਅੰਦੋਲਨ ਚੱਲ ਰਿਹਾ ਸੀਗਾ ਵੀ ਆਪਾਂ ਦੇਸ਼ ਛਡਾਉਣਾ, ਦੇਸ਼ ਗੁਲਾਮ ਆਪਣਾ ਦੇਸ਼ ਅੰਗਰੇਜ਼ਾਂ ਤੋਂ ਆਪਾਂ ਆਜ਼ਾਦ ਕਰਾਉਣਾ। ਪਰ ਇਹਨਾਂ ਲੋਕਾਂ ਨੂੰ ਕੁਛ ਨਹੀਂ ਪਤਾ ਸੀਗਾ, ਕੋਈ ਮੂਵਮੈਂਟ ਨਹੀਂ ਸੀਗੀ ਇੱਧਰ ਦੇਸ਼ ਆਜ਼ਾਦ ਕਰਾਉਂਦੀ ਇਹਨਾਂ ਦਾ, ਕਿਉਂਕਿ ਇਹਨਾਂ ਦਾ ਕੋਈ ਤਾਲੁਕਾਤ ਹੀ ਹੈ ਨਹੀਂ ਸੀਗਾ ਆਪਣੇ ਉੱਧਰਲੇ ਇਲਾਕੇ ਨਾਲ। ਤਾਂ ਜਦੋਂ ਅੰਗਰੇਜ਼ ਉੱਥੇ ਜਾਣ ਲੱਗੇ ਤੇ ਅੰਗਰੇਜ਼ਾਂ ਨਾਲ ਇਹਨਾਂ ਦੀ ਗੱਲਬਾਤ ਹੋਈ, ਜਿਹੜੇ ਕੋਈ ਇਹਨਾਂ ਦੇ ਸੀਗੇ ਆਗੂ ਵੀ, ਭਾਈ ਸਾਡਾ ਉਹਨਾਂ ਨਾਲ ਕੋਈ ਆਉਣ ਜਾਣ ਹੈ ਨਹੀਂ ਗਿਆ, ਸਾਨੂੰ ਤੁਸੀਂ ਅੱਡ ਦੇਸ਼ ਹੀ ਦੇ ਦਿਓ ਆਪਦਾ, ਅਸੀਂ ਉਹਨਾਂ ਨਾਲ ਰਲਣਾ ਹੀ ਨਹੀਂ ਗਿਆ। ਤੇ ਉਸ ਚੀਜ਼ ਦੇ ਵਿੱਚ ਕੀ ਹੋਇਆ, ਅੰਗਰੇਜ਼ਾਂ ਨੇ ਲਾਰਾ ਜਿਹਾ ਲਾਇਆ। ਇਹ ਗੱਲ ਨਾ ਮੈਂ ਨੋਟ ਕੀਤੀ ਹੈ ਬਹੁਤ ਥਾਵਾਂ 'ਤੇ, ਇਹ ਜਿਹੜੇ ਰੌਲੇ ਪਏ ਨੇ ਆਪਣਾ ਅੱਡ ਸੂਬੇ ਵਾਲੇ ਜਾਂ ਅੱਡ ਦੇਸ਼ ਵਾਲੇ, ਇਹ 47 ਵੇਲੇ ਪਏ ਨੇ, ਕਿਉਂਕਿ ਅੰਗਰੇਜ਼ਾਂ ਨੇ ਕਹਿ ਤਾਂ ਬਥੇਰਾ ਦਿੱਤਾ ਵੀ ਅਸੀਂ ਦੇਵਾਂਗੇ, ਪਰ ਦਿੱਤਾ ਕਿਸੇ ਨੂੰ ਨਹੀਂ। ਤਾਂ ਉਹ ਜਿਹੜੀ ਚੀਜ਼ ਤੀਜੀ 'ਚ ਹੋ ਗਈ, ਮੈਨੂੰ ਉਦੋਂ ਬਾਅਦ ਇਹ ਕਲੇਸ਼ ਸ਼ੁਰੂ ਹੋ ਗਿਆ। ਤਾਂ ਫਿਰ ਇੱਥੋਂ ਜਦੋਂ ਇਹ ਕੰਮ ਸ਼ੁਰੂ ਹੋਇਆ, ਫਿਰ ਇਹਨਾਂ ਨੇ ਗਰੁੱਪ ਬਣਨੇ ਸ਼ੁਰੂ ਹੋ ਗਏ। ਪਹਿਲਾਂ ਤਾਂ ਇਹਨਾਂ ਨੇ ਵੈਸੇ ਮੰਗਿਆ ਵੀ, ਮੈਂ ਉਦੋਂ ਆਪਾਂ ਫਿਜ਼ੂਅਲ ਐਪੀਸੋਡ ਤੋਂ ਦੱਸਿਆ ਹੀ ਸੀਗਾ ਨਾ, ਹੌਲੀ ਹੌਲੀ
ਗਰੁੱਪ ਬਣਦੇ ਗਏ। ਫਿਰ ਅਸਾਮ ਸੂਬਾ ਇੱਕ ਨਿਕਲਿਆ, ਜਿਹੜਾ ਮਣੀਪੁਰ ਵਾਲਾ ਹੈਗਾ ਤੇ ਤ੍ਰਿਪੁਰਾ ਵਾਲਾ ਹੈਗਾ, ਇਹ ਉਦੋਂ ਥੋੜਾ ਜਿਹਾ ਅਸਾਮ ਤੋਂ ਬਾਹਰ ਸੀ, ਪੂਰੇ ਅਸਾਮ 'ਚ ਨਹੀਂ ਸੀਗਾ। ਤਾਂ ਫਿਰ ਪਹਿਲਾਂ ਅਸਾਮ ਸੂਬਾ ਅਲੱਗ ਕੀਤਾ ਬੋਲੀ ਦੇ ਆਧਾਰ ਤੇ, ਜਦੋਂ ਇੱਕ ਕਰਤਾ ਫਿਰ ਸਾਰਿਆਂ ਦੀ ਮੰਗ ਵੱਧ ਗਈ, ਸਾਨੂੰ ਵੀ ਦਿਓ ਵੱਡੋ ਵੱਡੀ, ਇਹ ਰੌਲੇ ਪੈਂਦੇ ਗਏ। ਫਿਰ ਇੱਕ ਗਰੁੱਪ ਬਣਿਆ, ਫਿਰ 2 ਬਣੇ, ਫਿਰ 4 ਬਣੇ, ਮਤਲਬ ਹੁਣ ਇੱਕ ਸੂਬੇ ਦੇ ਵਿੱਚ 4-5 ਗਰੁੱਪ ਆ। ਤੇ ਤੁਸੀਂ ਦੇਖ ਲਓ ਜਿਹੜੇ 7 ਸੂਬੇ ਆ, ਇਹ 8ਵਾਂ ਹਿਸਾਬ ਆ, ਜੇ ਸਾਰੇ ਵੇਖੀ ਤਾਂ 35-40 ਗਰੁੱਪ ਮੰਨਦੇ ਆ। ਤਾਂ ਇੰਨੇ ਗਰੁੱਪਾਂ 'ਚ ਸਰਕਾਰ ਵੀ ਕਨਫਿਊਜ਼ ਆ ਵੀ ਆਪਾਂ ਕਿਹਦੇ ਨਾਲ ਗੱਲ ਕਰੀਏ ਤੇ ਕਿਹਦੇ ਨਾਲ ਨਾ ਕਰੀਏ। ਕਈ ਸਮਝੌਤੇ ਵੀ ਹੋਏ ਉਹਨਾਂ ਨਾਲ, ਕੁਝ ਗਰੁੱਪ ਹੈਗੇ ਨੇ ਜਿਹਨਾਂ ਨਾਲ ਸੀਜ਼ ਫਾਇਰ ਚੱਲ ਰਿਹਾ, ਸਰਕਾਰ ਨਾਲ ਉਹਨਾਂ ਦਾ ਕੋਈ ਰੌਲਾ ਨਹੀਂ ਹੈਗਾ ਗਾ। ਕੁਝ ਗਰੁੱਪ ਹਜੇ ਵੀ ਬਾਗੀ ਹੈਗੇ ਨੇ। ਫਿਰ ਇੱਥੇ ਅਸਪਾ ਲੱਗੀ, ਉਹਦੇ ਅਸਪਾ ਹੀ ਹੁੰਦੀ ਹੈ ਬਾਈ, ਉਹ ਅਫਸਪਾ ਵੱਧ ਅਧਿਕਾਰਾਂ ਵਾਲੀ, ਉਹਦੇ ਕਰਕੇ ਦੇਸ਼ ਦੇ ਵਿੱਚ ਹੋਰ ਮਤਲਬ ਗੁੱਸਾ ਵਧਿਆ ਲੋਕਾਂ ਦੇ ਵਿੱਚ, ਕਿਉਂਕਿ ਉਹਦੇ ਨਾਲ ਫੌਜ ਕੋਲੇ ਅਧਿਕਾਰ ਥੋੜ੍ਹੇ ਜਿਹੇ ਵੱਧ ਹੋ ਜਾਂਦੇ ਆ। ਆਪਣੀ ਸਰਕਾਰ ਨੇ ਕੀ ਕੀਤਾ ਵੀ ਚਲੋ ਯਾਰ ਇਹ ਅਲੱਗ ਸੀਗੇ, ਕੋਈ ਲੈਣ ਦੇਣ ਹੈ ਨਹੀਂ ਸੀਗਾ, ਆਉਣ ਜਾਣ ਹੈ ਨਹੀਂ ਸੀ, ਤਾਂ ਸਰਕਾਰ ਨੇ ਸੋਚਿਆ ਵੀ ਹੁਣ 47 ਤੋਂ ਬਾਅਦ ਆਪਣੀ ਸਰਕਾਰ ਬਣ ਗਈ, ਆਪਾਂ ਆਜ਼ਾਦ ਆ, ਆਪਾਂ ਇਹਨਾਂ ਦੇ ਨਾਲ ਮਾੜਾ ਮੋਟਾ ਕੋਈ ਲੈਣ ਦੇਣ ਵਧਾਈਏ। ਤਾਂ ਸਰਕਾਰ ਨੇ ਇਹਨਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ, ਕਈ ਸਪੈਸ਼ਲ ਪੈਕੇਜ ਵੀ ਦਿੱਤੇ ਨੇ ਸਰਕਾਰ ਨੇ ਇੱਧਰਲੇ ਲੋਕਾਂ ਨੂੰ। ਤੇ ਜਿਵੇਂ 371 ਹੈ ਉਹਦੇ ਤਹਿਤ ਕੁਛ ਅਧਿਕਾਰ ਵੀ ਦਿੱਤੇ ਵੱਧ। ਮੰਨ ਲਓ ਸੂਬਾ ਫਿਰ ਜਿਵੇਂ ਨਾਗਾਲੈਂਡ ਬਣ ਗਿਆ, ਉਹਦੇ ਵਿੱਚੋਂ ਫਿਰ ਅਗਾਂਹ ਹੋਰ ਸੂਬੇ ਬਣਦੇ ਹੌਲੀ ਹੌਲੀ ਜਿਹੜੇ 7-8 ਸੂਬੇ ਬਣ ਗਏ ਜਿਹੜੇ ਬਣੇ ਆ ਇਹ। ਤਾਂ ਉਹ ਗਰੁੱਪ ਹਜੇ ਤੱਕ ਵੀ ਐਕਟਿਵ ਆ, ਮਤਲਬ 55-56 ਦੇ ਵਿੱਚ ਪੂਰਾ ਚੱਲਦਾ ਸੀ ਕੰਮ, ਜ਼ਿਆਦਾ ਸੀਗਾ। ਉਸ ਤੋਂ ਬਾਅਦ ਥੋੜਾ ਜਿਹਾ ਘਟ ਗਿਆ ਕੰਮ ਹੌਲੀ ਹੌਲੀ। ਹੁਣ ਵੀ ਕੀ ਆ, ਹੁਣ ਗਰੁੱਪ ਇੰਨੇ ਜ਼ਿਆਦਾ ਹੈਗੇ ਨੇ ਵੀ ਅੱਧੇ ਗਰੁੱਪ ਤਾਂ ਸਰਕਾਰ ਨਾਲ ਸੀਜ਼ ਫਾਇਰ 'ਚ ਹੈਗੇ ਨੇ, ਅੱਧੇ ਗਰੁੱਪ ਹੈਗੇ ਨੇ ਜਿਹੜੇ ਉਹ ਕਹਿੰਦੇ ਵੀ ਅਸੀਂ ਸਰਕਾਰ ਦੀ ਗੱਲ ਨਹੀਂ ਮੰਨਣੀ ਗੀ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹੀ ਆਪਾਂ ਪਿਛਲੇ ਬਲੌਗ 'ਚ, ਇਹਨਾਂ ਨੇ ਕੁੱਦੇ ਉਹ ਬਣਾਈ ਸੀਗੀ ਯਾਰ, ਨਾਗਾ ਗਰੁੱਪ ਬਣਾਇਆ ਸੀ, ਕੀ ਉਹ ਕੌਂਸਲ NNC ਹੈ ਨਾ, ਜਾਂ ਹੋਰ ਚੀਜ਼ਾਂ ਬਣੀਆਂ। ਉਹ ਜਦੋਂ ਉਹਦੀ ਵਜ੍ਹਾ ਕਿ ਸ਼ਿਲੌਂਗ ਇਹਨਾਂ ਦਾ ਸਮਝੌਤਾ ਹੋਇਆ, ਹੋਰ ਮਤਲਬ ਹੁੰਦੇ ਰਹਿੰਦੇ ਸਰਕਾਰ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ। ਕੀ ਚੱਕਰ ਹੁੰਦਾ ਵੀ ਕਈ ਲੀਡਰ ਹੁੰਦੇ ਜਿਹੜੇ ਹਾਰਡਕੋਰ ਲੀਡਰ ਹੁੰਦੇ, ਮਤਲਬ ਸਖਤ ਸੁਭਾਅ ਦੇ ਹੁੰਦੇ ਆ ਨਾ, ਜੇ ਆਪਾਂ ਕਹਿ ਦਈਏ ਗਰਮ ਖਿਆਲੀ ਹੁੰਦੇ ਆ। ਉਹਨਾਂ ਦੇ ਵਿੱਚ ਕੀ ਹੁੰਦਾ, ਉਹਨਾਂ 'ਚ ਕਈ ਲੀਡਰ ਟਾਈਮ ਪੈਣ ਤੋਂ ਬਾਅਦ ਜਦੋਂ ਸੰਘਰਸ਼ ਲੰਮੇ ਚੱਲੀ ਜਾਂਦੇ ਵੀ 40 ਸਾਲ ਬਾਅਦ 50 ਸਾਲ ਬਾਅਦ ਹੌਲੀ ਹੌਲੀ ਉਹ ਸਰਕਾਰਾਂ ਨਾਲ ਸਮਝੌਤੇ ਕਰ ਲੈਂਦੇ ਵੀ ਕੁਛ ਸ਼ਰਤਾਂ ਸਰਕਾਰ ਮੰਨ ਲੈਂਦੀ ਉਹਨਾਂ ਦੀਆਂ, ਕੁਛ ਸਰਕਾਰ ਦੀ ਮੰਨ ਲੈਂਦੇ ਆ, ਤੇ ਉਹਦੇ ਨਾਲ ਉਹ ਮੁੱਖ ਧਾਰਾ 'ਚ ਆ ਜਾਂਦੇ ਆ। ਮੁੱਖ ਧਾਰਾ 'ਚ ਮਤਲਬ ਵੀ ਸਰਕਾਰ ਨਾਲ ਸਹਿਮਤ ਹੋ ਜਾਂਦੇ ਆ। ਜਦੋਂ ਉਹ ਸਹਿਮਤ ਹੋ ਜਾਂਦੇ ਤਾਂ ਉਹਦੇ ਮਗਰਲੀ ਪੀੜ੍ਹੀ ਜਿਹੜੀ ਹੁੰਦੀ ਆ ਉਹਦੇ 'ਚੋਂ ਫੇਰ ਉਹੀ ਕੰਮ ਚੱਲ ਪੈਂਦਾ। ਅੱਧੇ ਕਿ ਗਰਮ ਖਿਆਲੀ ਹੁੰਦੇ ਆ, ਅੱਧੇ ਕਿ ਠੰਡੇ ਹੀ ਬੰਦੇ ਹੁੰਦੇ ਆ ਨਾ, ਤਾਂ ਉਹ ਮੂਵਮੈਂਟ ਐਂ ਚੱਲਦੀ ਰਹਿੰਦੀ ਆ। ਤੇ ਉਹ ਜਿਹੜੇ NNC ਸੀ ਉਦੋਂ ਪਹਿਲਾਂ ਨਾਫਾ ਹੁੰਦੀ ਸੀਗੀ, ਮਤਲਬ ਕਾਫੀ ਲੰਮਾ ਚੌੜਾ ਇਤਿਹਾਸ ਹੈ ਇਹਦਾ, ਪੜ੍ਹੀਏ ਤਾਂ ਨਾਰਥ ਈਸਟ ਦਾ। ਉਹਦੇ 'ਚੋਂ ਇਹੀ ਹੁੰਦਾ ਕਿ ਅੱਧੇ ਤਾਂ ਸਰਕਾਰਾਂ ਨਾਲ ਰਲਦੇ ਗਏ। ਅੱਜ ਉਹਨਾਂ ਦੇ ਵਿੱਚੋਂ ਜਿਹੜੇ ਸ਼ੁਰੂ ਦੇ ਵਿੱਚ ਪੂਰੇ ਹਾਰਡਕੋਰ ਲੀਡਰ ਸੀਗੇ, ਅੱਜ ਉਹ BJP ਦੇ ਵਿੱਚ ਪੂਰੇ ਕਹਿੰਦੇ ਘੁਮਾਉਂਦੇ ਨਾਮੀ ਲੀਡਰ ਆ, ਕਿਉਂਕਿ ਉਹਨਾਂ ਨੇ ਸਮਝੌਤੇ ਕਰ ਲਏ। ਕੁਛ ਕਈ ਬੰਦੇ ਬਾਹਲੇ ਮਤਲਬ ਕਈ ਬੰਦੇ ਦੇ ਨਾਲ ਇਹੋ ਜਿਹੇ ਜਿਹੜੇ ਕਹਿੰਦੇ ਸੀ ਸਾਨੂੰ ਤਾਂ ਅੱਡ ਦੇਸ਼ ਚਾਹੀਦਾ, ਕਈ ਬੰਦੇ ਇਹੋ ਜਿਹੇ ਸੀਗੇ ਜਿਹੜੇ ਕਹਿੰਦੇ ਸੀ ਸਾਨੂੰ ਕੁਛ ਸਪੈਸ਼ਲ ਅਧਿਕਾਰ ਦੇ ਦਿਓ, ਸਾਨੂੰ ਇੰਨੀ ਬਹੁਤ ਆ। ਉਵੇਂ ਸਰਕਾਰ ਨਾਲ ਸਮਝੌਤੇ ਹੁੰਦੇ ਗਏ। ਉਸ ਤੋਂ ਬਾਅਦ ਇੱਕ ਰੌਲਾ ਹੋਰ ਪਿਆ, ਉਹ ਥੋੜਾ ਜਿਹਾ 47 ਵਾਲਾ ਕੰਮ ਵੀ ਇੱਧਰ ਜੁੜਦਾ ਕੁੱਦੇ, ਜਿਹੜਾ ਜਦੋਂ ਬੰਗਲਾਦੇਸ਼ ਪਾਕਿਸਤਾਨ ਚਲਾ ਗਿਆ ਸੀਗਾ ਕੁਛ ਹੈ ਨਾ, ਤਾਂ ਕੁਛ ਹਿੰਦੂ ਇੱਧਰ ਆ ਗਏ ਸੀਗੇ। ਉਹਦੇ ਕਰਕੇ ਇੱਥੇ ਮਤਲਬ ਈਸਾਈ ਆ ਤੇ ਹਿੰਦੂ ਜ਼ਿਆਦਾ, ਮੁਸਲਮਾਨ ਥੋੜ੍ਹੇ ਜਿਹੇ ਘੱਟ, ਮੁਸਲਮਾਨ ਵੀ ਹੈਗੇ ਆ ਪਰ ਉਹਨਾਂ ਦੀ ਗਿਣਤੀ ਈਸਾਈਆਂ ਦੇ ਮੁਕਾਬਲੇ ਘੱਟ ਆ। ਤਾਂ ਫਿਰ ਹੌਲੀ ਕੀ ਰੌਲਾ ਪੈ ਗਿਆ, ਜਿਵੇਂ ਹਰੇਕ ਥਾਂ 'ਤੇ ਹੁੰਦਾ ਵੀ ਅਸੀਂ ਜੇ ਇੱਥੇ ਦੂਜੇ ਧਰਮ ਦੇ ਲੋਕ ਜਾਂ ਦੂਜੇ ਖਿੱਤੇ ਦੇ ਲੋਕ ਵੱਧ ਜਾਣਗੇ, ਸਾਡੀ ਘੱਟ ਗਿਣਤੀ ਹੋ ਜੂ, ਸਾਨੂੰ ਖਤਰਾ ਹੋ ਜੂਗਾ। ਫਿਰ ਇਹਨਾਂ ਲੋਕਾਂ ਨੇ ਉਹਨਾਂ ਦੇ ਨਾਲ ਲੜਾਈ ਝਗੜਾ ਸ਼ੁਰੂ ਕਰਤਾ, ਮਤਲਬ ਅੰਦਰ ਖਾਤੇ ਲੜਾਈ, ਆਪਣੇ ਸਟੇਟਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ। ਜਿਵੇਂ ਆਸੂ ਦਾ ਕੰਮ ਕਈ ਗਰੁੱਪ ਹੁੰਦੇ ਇਹੋ ਜਿਹੇ ਵੀ ਉਹਨੂੰ ਇਹ ਹੁੰਦਾ ਖਤਰਾ ਯਾਰ ਵੀ ਸਾਡੀ ਗਿਣਤੀ ਘਟ ਗਈ ਹੈ ਜੇ ਦੂਜੀ ਗਿਣਤੀ ਵਧੀ ਜਾਂਦੀ ਆ। ਫਿਰ ਹੋਰ ਚੱਕਰ ਪੈ ਜਾਂਦਾ ਵੀ ਜਿਹੜੀਆਂ ਸਰਕਾਰੀ ਨੌਕਰੀਆਂ ਹੁੰਦੀਆਂ ਨੇ ਉਹਦੀ ਮੰਗ ਰੱਖ ਲਈ ਵੀ ਸਾਡਾ ਵੱਧ ਰਾਖਵਾ ਕਰਨਾ ਚਾਹੀਦਾ। ਵੀ ਜੇ ਕੋਈ ਬੰਗਾਲ ਦਾ ਇੱਕ ਰਿਸਕ ਜਿਹਾ ਆਸਾਮ ਦੇ ਅੰਦੋਲਨ ਵੀ ਚੱਲਿਆ ਸੀ ਜਿਹੜਾ, ਉਹ ਵੀ ਬੰਗਲਾਦੇਸ਼ੀ ਖਿਲਾਫ ਹੀ ਸੀ। ਉਸ ਤੋਂ ਬਾਅਦ ਉਹ ਕਾਫੀ ਮਤਲਬ ਹਿੰਸਕ ਰੂਪ ਲੈ ਗਿਆ ਸੀਗਾ ਨਾ। ਫਿਰ ਇਹ ਚੱਲ ਪੈਂਦਾ ਕੰਮ ਵੀ ਜਿਹੜੇ ਕੋਟੇ ਨੇ ਉਹਦੇ 'ਚ ਸਾਡੇ ਜਿਹੜੇ ਅਸੀਂ ਸ਼ੁਰੂ ਵਾਲੇ ਬੰਦੇ ਹੈਗੇ ਸਾਡੇ ਇੰਨੇ ਚਾਹੀਦੇ ਆ, ਬਾਹਰਲਿਆਂ ਦੇ ਇੰਨੇ ਚਾਹੀਦੇ, ਉੱਥੇ ਰੌਲਾ ਪੈ ਜਾਂਦਾ। ਫਿਰ ਜਿਹੜੇ ਇਹ 100 ਕਬੀਲਾ ਸੀਗਾ ਉਹਨਾਂ ਦੀ ਵੀ ਆਪਸ ਵਿੱਚ ਨਹੀਂ ਬਣਦੀ ਸੀ। ਹੁਣ ਵੀ ਇੱਥੇ ਉਹੀ ਕੰਮ ਹੈ, ਅੱਧੇ ਦਾ ਲੜਾਈ ਤਾਂ ਸਰਕਾਰ ਨਾਲ ਹੀ ਹੈਗੀ ਆ ਤੇ ਇਹਨਾਂ ਦੀ ਆਪਸ ਵਿੱਚ ਦੀ ਵੀ ਹੈਗੀ, ਆਪਸ ਵਿੱਚ ਦੀ ਵੀ ਕਿਸੇ ਦੀ ਨਹੀਂ ਬਣਦੀ ਹੈਗੀ। ਤਾਂ ਐਂ ਕਰਕੇ ਚੱਲਿਆ ਕੰਮ ਸਾਰਾ ਆਸਾਮ ਤੋਂ ਹੀ ਆ। ਉਹੀ ਪਰ ਜਿਹੜੇ ਕਬੀਲੇ ਨੇ ਉਹਦੇ ਸੂਬੇ 7 ਬਣ ਗਏ, ਜਗ੍ਹਾ ਅੱਜ ਵੀ ਉਹੀ ਆ ਤੇ ਉਹਦੇ ਵਜ੍ਹਾ ਕਰਕੇ ਕੰਮ ਚੱਲੀ ਜਾਂਦਾ। ਵੀ ਤੁਸੀਂ ਮੰਨ ਕੇ ਚਲੋ ਵੀ 5 'ਚ 4 ਵੀ ਹੋਏ ਤਾਂ ਕਿੰਨੇ ਗਰੁੱਪ ਬਣ ਗਏ ਹੋਣਗੇ ਇੱਥੇ। ਸਰਕਾਰ ਵੀ ਕਨਫਿਊਜ਼ ਆ ਵੀ ਕੀ ਕਰੀਏ ਕੀ ਨਾ ਕਰੀਏ। ਬਹੁਤਿਆਂ ਨੇ ਹੁਣ ਸਰਕਾਰ ਦੇ ਨਾਲ ਸਮਝੌਤਾ ਕੀਤਾ ਹੋਇਆ, ਸੀਜ਼ ਫਾਇਰ ਚੱਲੀ ਜਾਂਦਾ ਕੋਈ, ਪਰ ਕੁਛ ਹੈਗੇ ਨੇ ਵਿੱਚ ਜਿਹੜੇ ਹਜੇ ਵੀ ਸਰਕਾਰ ਨਾਲ ਸਹਿਮਤ ਨਹੀਂ ਹੈਗੇ। ਤਾਂ ਕਰਕੇ ਪੂਰੇ ਦਾ ਪੂਰਾ ਨਾਰਥ ਈਸਟ ਹੀ ਡਿਸਟਰਬ ਆ। ਕੰਮ ਸ਼ੁਰੂ ਹੋਇਆ ਉੱਥੋਂ ਹੀ, ਆਸਾਮ ਤੋਂ ਹੀ। ਇਹ ਬਾਕੀ ਇਹਦੀ ਬੜੀ ਲੰਮੀ ਹਿਸਟਰੀ ਆ ਵੀ ਕਿੰਨੇ ਸੂਬੇ ਨਿਕਲੇ ਜੋ ਮਤਲਬ ਕੁੱਦਿਆ। ਪਹਿਲਾਂ ਆਸਾਮ ਸੀਗਾ, ਫਿਰ ਨਾਗਾਲੈਂਡ ਹੋਇਆ, ਇੱਕ ਅਰੁਣਾਚਲ ਬਣਿਆ, ਫਿਰ ਹੈ ਨਾ ਉਸ ਤੋਂ ਬਾਅਦ ਤ੍ਰਿਪੁਰਾ, ਮਣੀਪੁਰ, ਹੋਰ ਕਿਹੜਾ ਮਤਲਬ ਇੱਕ ਹੋਰ ਵੀ ਹੈਗਾ ਨਾ, 8 ਹੋ ਗਏ, ਮੇਘਾਲਿਆ ਹੋ ਗਿਆ ਇੱਕ। ਤੇ ਉਸ ਤੋਂ ਬਾਅਦ ਇਹ ਸਾਰੇ ਜਿਵੇਂ ਇਹ ਹੈਗੇ ਇਹਨਾਂ 'ਚੋਂ 3-4 ਸੂਬੇ ਉਹਨਾਂ ਦੀ ਬਰਮਾ ਦੇ ਨਾਲ, ਜਿਹਨੂੰ ਆਪਾਂ ਮਿਆਂਮਾਰ ਕਹਿ ਦਿੰਦੇ ਹਾਂ, ਹੱਦ ਲੱਗਦੀ ਆ ਇੰਟਰਨੈਸ਼ਨਲ ਪੱਧਰ 'ਤੇ ਨਾ। ਤਾਂ ਜਿਹੜੇ ਇਹੋ ਜਿਹੇ ਸੂਬੇ ਹੁੰਦੇ ਉੱਥੇ ਵੈਸੇ ਵੀ ਪਤਾ ਹੀ ਸਾਰਿਆਂ ਨੂੰ ਕੁਛ ਕਾਰਨ ਹੁੰਦੇ ਨੇ ਜਿਹਦੇ ਕਰਕੇ ਉਹ ਏਰੀਆ ਡਿਸਟਰਬ ਰਹਿੰਦਾ। ਉਹ ਸਾਰਾ ਨਾਰਥ ਈਸਟ ਦਾ ਜਿਹੜਾ ਡਿਸਟਰਬੈਂਸ ਦੀ ਜਿਹੜੀ ਸਮੱਸਿਆ ਉਹ ਉੱਥੋਂ ਸ਼ੁਰੂ ਹੁੰਦੀ ਹੈ 45-46 ਤੋਂ। ਫਿਰ ਬੋਲੀ ਦੇ ਆਧਾਰ 'ਤੇ ਸੂਬਾ ਮੰਗਿਆ, ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਹੈਗਾ।
ਕੁਛ ਕਹਿੰਦੇ ਖੁਦ ਮੁਖਤਿਆਰੀ ਚਾਹੀਦੀ ਹੈ, ਵੱਧ ਅਧਿਕਾਰ ਚਾਹੀਦੇ, ਕੁਛ ਕਹਿੰਦੇ ਸਾਨੂੰ ਦੇਸ਼ ਹੀ ਅਲੱਗ ਚਾਹੀਦਾ। ਮਤਲਬ ਸਾਰੇ ਰੌਲੇ ਜਿੰਨੇ ਵੀ ਕੁਝ ਆਪਣੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਡਿਸਟਰਬ ਏਰੀਏ ਹੈਗੇ ਨੇ ਨਾ, ਸਾਰਿਆਂ ਦੇ ਸੇਮ ਰੌਲੇ ਹੀ ਆ ਵੀ ਸਾਨੂੰ ਬੋਲੀ ਦੇ ਆਧਾਰ ਤੇ ਜਾਂ ਕੌਮ ਦੇ ਆਧਾਰ ਤੇ ਸੂਬੇ ਦਿਓ। ਜਿਹੜੇ ਇਹ ਬੰਦੇ ਹੈਗੇ ਨੇ ਇੱਥੋਂ ਵਾਲੇ ਕਬੀਲਿਆਂ ਵਾਲੇ, ਇਹ ਵੀ ਕਹਿੰਦੇ ਵੀ ਅਸੀਂ ਕੁਛ ਨਹੀਂ ਬਾਈ, ਇਹ ਤਾਂ ਸਾਈ ਬਾਅਦ ਚ ਅੰਗਰੇਜ਼ਾਂ ਨੇ ਬਣਾਤੇ, ਪਹਿਲਾਂ ਇਹ ਸ਼ੁਰੂ ਤੋਂ ਆਦੀਵਾਸੀ ਸੀਗੇ, ਇਹਨਾਂ ਦੇ ਆਪ ਦੀ ਧਰਮ ਆਪ ਦਾ ਹਿਸਾਬ ਕਿਤਾਬ ਹੀ ਆ ਸਾਰਾ। ਸੋ ਕੁੱਲ ਮਿਲਾ ਕੇ ਜੇ ਆਪਾਂ ਦੇਖਿਆ ਜਾਵੇ ਵੀ ਜਿੰਨੇ ਹਿੰਦੁਸਤਾਨ ਦੇ ਵਿੱਚ ਇਹ ਰੌਲੇ ਹੈਗੇ ਨੇ ਕਿ ਸਾਨੂੰ ਸਾਡੀ ਕੌਮ ਨੂੰ ਜਾਂ ਸਾਨੂੰ ਬੋਲੀ ਨੂੰ ਅੱਡ ਚਾਹੀਦਾ ਤਾਂ ਸਿਸਟਮ ਹੈ ਨਾ, ਉਸ ਹਿਸਾਬ ਨਾਲ ਤਾਂ ਹਿੰਦੁਸਤਾਨ ਰਹਿਣਾ ਹੀ ਨਹੀਂਗਾ, ਕਿਉਂਕਿ ਹਰੇਕ ਦੀ ਰੌਲੇ ਆ ਇਹ। ਤਾਂ ਸਰਕਾਰ ਇਸ ਗੱਲ ਵਾਸਤੇ ਤਾਂ ਕਦੇ ਮੰਨਦੀ ਨਹੀਂ ਕਿ ਤੁਹਾਨੂੰ ਅੱਡ ਦੇਸ਼ ਦੇ ਦਿਆਂਗੇ। ਉਹਦੇ ਕੋਲ ਕੋਸ਼ਿਸ਼ ਹੁੰਦੀ ਵੀ ਫਿਰ ਬਰਾਬਰ ਹੋ ਕੇ ਕਿਸੇ ਤਰੀਕੇ ਨਾਲ ਸੈੱਟ ਕਰੀਏ ਜਾਂ ਕੋਈ ਸਹੂਲਤਾਂ ਦੇ ਦਿੰਦੀ ਆ। ਫਿਰ ਜਿਵੇਂ ਫੌਜ ਨੂੰ ਕੁਝ ਆਪਸ ਪਾ ਦਿੱਤੀ ਹੈ ਨਾ, ਜਦੋਂ ਜ਼ਿਆਦਾ ਇੱਧਰ ਹਿੰਸਕ ਹੋ ਗਿਆ ਤਾਂ ਫਿਰ ਫੌਜ ਨੂੰ ਵੱਧ ਅਧਿਕਾਰ ਵੀ ਦਿੱਤੇ। ਫਿਰ ਜਿੱਥੇ ਅਧਿਕਾਰ ਹੁੰਦੇ ਉੱਥੇ ਉਹਨਾਂ ਦੀ ਵਰਤੋਂ ਵੀ ਹੁੰਦੀ ਆ ਤੇ ਕੁਦਰਤੀ ਤੇ ਦੁਰਵਰਤੋਂ ਵੀ ਹੁੰਦੀ ਆ। ਸਾਰੇ ਇਹ ਤਾਂ ਕੁਦਰਤ ਦਾ ਨਿਯਮ ਜਿਹਾ ਹੀ ਹੈ ਇੱਕ। ਤਾਂ ਕਰਕੇ ਜਿਹੜਾ ਨਾਰਥ ਈਸਟ ਆ ਇਹ ਆਪਣੇ ਦੂਜੇ ਆਪਣੇ ਪਾਸੇ ਨਾਲੋਂ ਜਮਾਂ ਟੁੱਟਿਆ ਹੋਇਆ। ਆਪਣੇ ਪੰਜਾਬ ਦੇ ਇੱਧਰ ਟਰੱਕ ਡਰਾਈਵਰ ਆਉਂਦੇ ਜਾਂ ਉਹਨਾਂ ਦੇ ਜਾਂ ਫੌਜੀ ਆਉਂਦੇ ਆ, ਕਿਉਂਕਿ ਸ਼ੁਰੂ ਤੋਂ ਆਪਣਾ ਆਉਣ ਜਾਣ ਹੈ ਨਹੀਂ ਗਾ, ਨਾ ਤਾਂ ਇਹਨਾਂ ਦਾ ਆਪਣੇ ਨਾਲ ਆ ਨਾ ਆਪਣਾ ਇਹਨਾਂ ਨਾਲ ਆ। ਹੁਣ ਨਵੀਂ ਜਨਰੇਸ਼ਨ ਆ ਜਿਹੜੀ ਪੜ੍ਹਨ ਲੱਗੀ, ਇਹਨਾਂ ਦੇ ਜਵਾਕ ਚੰਡੀਗੜ੍ਹ ਪੜ੍ਹਦੇ ਆ, ਪਟਿਆਲੇ ਵੀ ਪੜ੍ਹਦੇ ਆ, ਕੁਛ LPU 'ਚ ਬਹੁਤ ਪੜ੍ਹਦੇ ਆ, ਉਹਦੇ ਕਰਕੇ ਮਾੜਾ ਮੋਟਾ ਆਉਣ ਜਾਣ ਬਣ ਗਿਆ। ਤੇ ਹੁਣ ਅਸੀਂ ਮਣੀਪੁਰ ਕੱਲ੍ਹ ਲੰਘ ਜਾਵਾਂਗੇ ਤੇ ਉਦੋਂ ਬਾਅਦ ਫਿਰ ਮਿਜ਼ੋਰਮ 'ਚ ਸਾਈਕਲਿੰਗ ਸ਼ੁਰੂ ਕਰਾਂਗੇ। ਅੱਜ ਅਸੀਂ ਮਣੀਪੁਰ ਹੀ ਰੁਕੇ ਹੋਏ ਹਾਂ। ਇੱਕ ਸੱਚ ਗੱਲ ਰਹਿ ਗਈ ਸੀ ਗੱਲ ਕਰਨ ਵਾਲੀ, ਹੁਣ ਮਗਰੋਂ ਜੇ ਕਰਕੇ ਦੱਸ ਦੇ ਤੁਹਾਨੂੰ। ਅਸੀਂ ਨਾ ਜਦੋਂ ਗੁਰਦੁਆਰਾ ਸਾਹਿਬ ਰੁਕੇ ਸੀ ਆਪਾਂ ਪਿੱਛੇ ਕੁੱਦੇ ਇੱਥੇ ਆ ਮਗਰੀ ਇੰਫਾਲ, ਤਾਂ ਉੱਥੇ ਨਾ ਸਾਨੂੰ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਰੋਪੇ ਦਿੱਤੇ ਨਾ। ਤਾਂ ਉੱਥੇ ਜੇ ਇੱਕ ਬਾਈ ਸੀ ਆਪਣਾ, ਉਹਦੇ ਗਲ 'ਚੋਂ ਪਾਇਆ ਹੋਇਆ ਸੀਗਾ ਭਾਜਪਾ ਦਾ ਸੀਗਾ, ਕੀ ਬੋਲਦੇ ਜਿਹੜਾ ਗਲ 'ਚ ਪਾਇਆ ਹੁੰਦਾ ਮੁੱਕਾ ਮਫਲਰ ਜਾਂ ਸੀ ਟਾਈਪ ਦੇ ਨਾ। ਤਾਂ ਬਾਹਲੇ ਬੰਦੇ ਨੇ ਮੈਸੇਜ ਕੀਤੇ ਸਾਨੂੰ ਵੀ ਤੁਸੀਂ BJP ਵਾਲੇ ਤੋਂ ਸਰੋਪੇ ਕੋਲ ਲਈ ਜਾਂਦੇ ਹੋ ਨਾ। ਦੱਸਿਆ ਵੀ ਪਹਿਲੀ ਗੱਲ ਤਾਂ ਅਸੀਂ ਗੁਰਦੁਆਰਾ ਸਾਹਿਬ ਰਹੇ ਸੀਗੇ ਨਾ, ਤੇ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਸੀਗੀ। ਦੂਜੀ ਗੱਲ ਜਿਹੜੀ ਸਾਨੂੰ ਇੱਥੋਂ ਸੁਣਨ ਨੂੰ ਮਿਲੀ ਹੈ ਕਿ ਜਦੋਂ 84 ਵਾਲੇ ਦੌਰ 'ਚ ਦਿੱਲੀ ਤੇ ਹੋਰ ਥਾਵਾਂ ਦੇ ਜਿਹੜੀ ਉਹ ਸਿੱਖ ਕਿਰਦਾਰਕੁਸ਼ੀ ਹੋਈ ਹੈ ਨਾ, ਨਸਲਕੁਸ਼ੀ ਹੋਈ ਹੈ ਸੌਰੀ, ਤੇ ਉਸ ਟਾਈਮ ਦੇ ਵਿੱਚ ਪੂਰੇ ਨਾਰਥ ਈਸਟ ਦੇ ਵਿੱਚ ਅਸਾਮ ਦੇ ਵਿੱਚ ਕਿਸੇ ਵੀ ਸਿੱਖ ਦਾ ਕੋਈ ਨੁਕਸਾਨ ਨਹੀਂ ਹੋਇਆ ਸੀ, ਕਿਸੇ ਦੀ ਕੋਈ ਗੱਡੀ ਨਹੀਂ ਫੂਕੀ ਗਈ। 1% ਵੀ ਇੱਥੋਂ ਦੇ ਲੋਕਲ ਸਿੱਖ ਕਹਿੰਦੇ ਵੀ ਸਾਨੂੰ ਕਿਸੇ ਨੇ ਉਹ ਵੀ ਨਹੀਂ ਆਖੀ ਗਈ। ਉਹਦਾ ਕੀ ਕਾਰਨ, ਜਦੋਂ ਇੱਥੇ ਨਾ ਉਲਫਾ ਵਾਲੇ ਉਹਨਾਂ ਦਾ ਜ਼ੋਰ ਸੀ ਪੂਰਾ ਇੱਥੇ, ਤਾਂ ਉਹਨਾਂ ਦੀ ਕਾਂਗਰਸ ਨਾਲ ਨਹੀਂ ਬਣਦੀ ਸੀਗੀ ਉਲਫ ਵਾਲਿਆਂ ਦੀ, ਤਾਂ ਉਹਨਾਂ ਨੇ ਸਿੱਖਾਂ ਦੀ ਮਦਦ ਕੀਤੀ। ਉਹਨਾਂ ਨੇ ਪੂਰਾ ਅਨਾਉਂਸਮੈਂਟ ਕੀਤੀ, ਪੂਰਾ ਜਾਣੀ ਕਿ ਉਹਨਾਂ ਨੇ ਪੂਰੀ ਰੱਖਿਆ ਕੀਤੀ ਵੀ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਗਿਆ। ਤੇ ਉਹ ਸਮਾਂ ਪੈਣ ਤੋਂ ਬਾਅਦ ਉਹ ਉਲਫਾ ਵਾਲੇ BJP 'ਚ ਚਲੇ ਗਏ। ਤਾਂ ਕੀ ਚੱਕਰ ਪੈ ਗਿਆ ਕਿ ਇਨਡਾਇਰੈਕਟਲੀ ਸਿੱਖ ਤਾਂ ਜਦੋਂ ਉਲਫਾ ਵਾਲੇ ਨੇ ਸਿੱਖਾਂ ਨੂੰ ਬਚਾਇਆ ਸੀਗਾ ਤਾਂ ਉਹਨਾਂ ਦੇ ਨਾਲ ਇਹਦੇ ਅਟੈਚਮੈਂਟ ਸੀਗੀ, ਤਾਂ ਉਲਫਾ ਦੇ ਕਰਕੇ ਸਿੱਖ ਵੀ BJP ਨਾਲ ਅਟੈਚ ਹੋ ਗਏ। ਤਾਂ ਉਹ ਆਸਾਨ ਮੰਨ ਲਈਏ ਆਪਾਂ ਚਾਹੇ, ਜਾਂ ਉਹ ਰਿਸ਼ਤਾ ਮੰਨ ਲਈਏ ਜਿਹੜਾ ਉਹ ਉਲਫਾ ਵਾਲਾ ਨਾਲ ਸੀਗਾ, ਉਹਨਾਂ ਨੇ ਸਿੱਖਾਂ ਨੂੰ ਬਚਾਇਆ ਸੀ। ਉਹਦੇ ਕਰਕੇ ਸਿੱਖ ਜਿਹੜੇ ਹੈਗੇ ਉਹ ਥੋੜ੍ਹੇ ਜਿਹੇ BJP ਦੇ ਝੁਕਾਅ ਕਰਨੀ ਹੈ ਇੱਧਰਲੇ, ਭਾਵਨਾ ਨਹੀਂ ਮਾੜੀ ਉਹਨਾਂ ਦੀ। ਤੇ ਸਾਨੂੰ ਤਾਂ ਮਤਲਬ ਉਹਨਾਂ ਅਸੀਂ ਤਾਂ ਗੁਰਦੁਆਰਾ ਸਾਹਿਬ ਰਹੇ ਸੀ, ਤੇ ਸਾਡੇ ਲਈ ਤਾਂ ਉਹ ਗੁਰਦੁਆਰਾ ਸਾਹਿਬ ਦੀ ਕਮੇਟੀ ਸੀ, ਹਨਾ ਗੁੱਦਿਆ ਸਾਨੂੰ ਹਨਾ ਕੋਈ ਰਾਜਨੀਤਿਕ ਟਿੱਪਣੀਆਂ ਸੀ ਨਾ ਤਾਂ ਕਦੇ ਬਾਹਲੀਆਂ ਕਰੀ ਨਾ। ਹੁਣ ਸਾਨੂੰ ਤਾਂ ਇੱਥੋਂ ਅਸਲ ਵਿੱਚ ਸਫ਼ਰ ਦੇ ਵਿੱਚ ਸਫ਼ਰ ਦਾ ਫਰਕ ਹੀ ਇਹ ਹੁੰਦਾ, ਘਰੇ ਬੈਠੇ ਬੰਦੇ ਦੀ ਅਟੈਂਸ਼ਨ ਹੋਰ ਹੁੰਦੀ ਆ। ਜਦੋਂ ਅਸੀਂ ਸਫ਼ਰ ਕਰ ਰਹੇ ਹੁੰਦੇ ਜਾਂ ਅਸੀਂ ਬਾਹਰ ਸਾਡੇ ਤੇ ਕੁਛ ਬੀਤ ਰਿਹਾ ਹੁੰਦਾ, ਸਾਨੂੰ ਪਤਾ ਹੁੰਦਾ ਕਿ ਅਸਲ 'ਚ ਉਸ ਸਮੇਂ ਦੀ ਭਾਵਨਾ, ਉਹ ਅਟੈਂਸ਼ਨ ਕੀ ਹੁੰਦੀ ਹੈ ਬੰਦੇ ਦੀ, ਹੈ ਨਾ। ਸੋ ਇਹਦਾ ਕਾਰਨ ਇਹ ਹੈ, ਇੱਧਰਲੇ ਮੋਸਟਲੀ ਜਿਹੜੇ ਸਿੱਖ ਆ ਉਹ BJP ਪੱਖੀ ਆ। ਉਹਦਾ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਕੀ ਆ। ਸੋ ਇਹ ਗੱਲਾਂ ਬਾਤਾਂ ਸੀਗੀਆਂ। ਬਾਕੀ ਇੱਕ ਚੀਜ਼ ਹੁੰਦੀ ਹੈ ਕਿ ਇੱਕ ਜਦੋਂ ਆਪਾਂ ਇਹ ਕਈ ਵਾਰੀ ਲਿਖਣ ਵੇਲੇ ਵੀ ਕੁੱਦੇ ਭੁਲੇਖੇ ਪੈ ਜਾਂਦੇ ਆ, ਬੋਲਣ ਵੇਲੇ ਵੀ ਪੈ ਜਾਂਦੇ ਆ, ਭਾਵਨਾ ਦਾ ਬੜਾ ਫਰਕ ਪੈ ਜਾਂਦਾ। ਜਦੋਂ ਤੁਸੀਂ ਕੋਈ ਬੋਲਦੇ ਹੋ ਜਾਂ ਕੰਮ ਕਰਦੇ ਹੋ, ਤੁਹਾਡੀ ਭਾਵਨਾ ਕੀ ਤੇ ਅਗਲਾ ਬੰਦਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ। ਤੇ ਉਹ ਜਿਹੜੀ ਕਹਾਣੀ ਸੀਗੀ ਉਹਦਾ ਕਾਰਨ ਇਹੀ ਸੀਗਾ, ਤੁਹਾਨੂੰ ਦੱਸਤਾ। ਤੇ ਬਾਕੀ ਤੁਹਾਨੂੰ ਪਤਾ ਹੀ ਅਸੀਂ ਹੁਣ ਮਣੀਪੁਰ ਹੈਗਾ ਤੇ ਕੱਲ੍ਹ ਨੂੰ ਆਪਾਂ ਗਾਂਹ ਨਿਕਲ ਜਾਵਾਂਗੇ, ਤੇ ਫਿਰ ਤੁਹਾਨੂੰ ਗਾਂਹ ਹੋਰ ਸਫ਼ਰ ਦਿਖਾਉਣੇ ਆ। ਤੇ ਥੋੜ੍ਹੀਆਂ ਬਹੁਤੀਆਂ ਗੱਲਾਂ ਜਿਹੜੀਆਂ ਹੁੰਦੀਆਂ ਬਾਈ, ਤੁਸੀਂ ਕੋਈ ਚੱਕਰ ਨਹੀਂ, ਫੋਨ ਕਰ ਲਿਆ ਕਰੋ, ਮੈਸੇਜ ਕਰ ਲਿਆ ਕਰੋ। ਅਸੀਂ ਟਾਈਮ ਜਦੋਂ ਵੀ ਸਾਨੂੰ ਕੋਲ ਹੁੰਦਾ ਸੀ ਤੁਹਾਨੂੰ ਥੋੜ੍ਹਾ ਜਵਾਬ ਦਿੰਦੇ ਰਹਿੰਦੇ ਹਾਂ। ਤੇ ਬਾਕੀ ਸਭ ਕੁਛ ਠੀਕ ਠਾਕ ਆ।